बहुत करते जी साढ़े से जी भी ये है अतवादी, सारा परिवार अतवादी है जी। ਕਿੰਨੇ ਕੁ ਸਾਲ ਹੋ ਗਏ ਆ ਭਟਕਦਿਆਂ ਨੂੰ? ਕਿੰਨੇ ਕੁ ਸਾਲ ਹੋ ਗਏ ਕੋਰਟ ਕਚਹਿਰੀਆਂ ਦੇ ਤਰਲੇ ਪੁੱਤ ਨੂੰ? 91 ਦਾ ਹੁਣ 20 ਆ ਗਈ ਹੈ ਜੀ, 30 ਸਾਲ ਕਿੰਨੇ ਸਾਲ ਹੋ ਗਏ ਜੀ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਦਰਸ਼ਕੋ, 1984 ਤੋਂ ਲੈ ਕੇ 1995-96 ਤੱਕ ਪੰਜਾਬ ਦੇ ਵਿੱਚ ਉਹ ਨਾਜ਼ੁਕ ਦੌਰ ਰਿਹਾ ਹੈ ਜਦੋਂ ਬਹੁਤ ਸਾਰੇ ਨੌਜਵਾਨਾਂ ਦੇ ਪੁਲਿਸ ਮੁਕਾਬਲੇ ਹੋਏ, ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ। ਇਹਨਾਂ ਵਿੱਚੋਂ ਇੱਕ ਨੌਜਵਾਨ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਉਸਮਾਨ ਸ਼ਹੀਦ ਦਾ ਕੁਲਦੀਪ ਸਿੰਘ, ਜਿਸ ਦੀ ਉਮਰ ਮਹਿਜ਼ ਉਸ ਸਮੇਂ 18 ਤੋਂ 19 ਸਾਲ ਸੀਗੀ ਔਰ ਉਸ ਦਾ ਵੀ ਪੁਲਿਸ ਦੇ ਵੱਲੋਂ ਮੁਕਾਬਲਾ ਬਣਾ ਕੇ ਉਸ ਦੀ ਜਾਨ ਉਸ ਮੁਕਾਬਲੇ ਦੇ ਵਿੱਚ ਚਲੀ ਗਈ ਸੀ। ਉਹਨਾਂ ਦੇ ਪਿਤਾ ਜੀ ਬਜ਼ੁਰਗ ਨੇ, ਬਹੁਤ ਦੇਰ ਤੱਕ ਉਹਨਾਂ ਨੇ ਅਦਾਲਤਾਂ ਦੇ ਦਰਵਾਜ਼ੇ ਖਟਖਟਾਏ, ਥਾਂ ਥਾਂ 'ਤੇ ਜੱਦੋ ਜਹਿਦ ਕੀਤੀ ਤਾਂ ਜੋ ਆਪਣੇ ਪੁੱਤ ਦੀ ਗਈ ਜਾਨ ਦਾ ਉਹ ਇਨਸਾਫ ਲੈ ਸਕਣ, ਪਰ ਅੱਜ ਤੱਕ ਉਹਨਾਂ ਦੇ ਹੱਥ ਕੁਝ ਵੀ ਨਹੀਂ ਲੱਗਾ। ਸਾਡੇ ਨਾਲ ਬਜ਼ੁਰਗ ਤਰਲੋਕ ਸਿੰਘ ਨੇ। ਤਰਲੋਕ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ ਤੁਹਾਡੇ ਇਹ ਬੇਟੇ ਦੀ ਕਹਾਣੀ ਕਿਵੇਂ ਬਣੀ ਸੀ? ਕੀ ਉਹ ਦਿਨ ਸੀਗਾ? ਕਿਵੇਂ ਪੁਲਿਸ ਨੇ ਉਸ ਨੂੰ ਘਰੋਂ ਚੁੱਕਿਆ ਸੀ? 15-16 ਅਗਸਤ ਨੂੰ 1991 'ਚ ਰਾਤ ਦੇ ਟਾਈਮ 9:30 ਦਾ ਟਾਈਮ ਹੋਣਾ, ਜਦੋਂ ਮੇਰੇ ਘਰ ਪੁਲਿਸ ਨੇ ਛਾਪਾ ਮਾਰਿਆ, ਕੰਧਾ ਟੱਪ ਕੇ ਅੰਦਰ ਆ ਗਏ ਅਤੇ ਇਹ ਅੰਦਰ ਬੈਠੇ ਪਰਿਵਾਰ ਸਾਰਾ। ਅਤੇ ਉਹ ਕੁਲਦੀਪ ਉਹ ਪੁੱਛਣ ਲੱਗੇ ਲੜਕੇ ਬਾਰੇ, ਅਤੇ ਮੈਂ ਦੱਸਿਆ ਘਰ ਹੈ ਨਹੀਂ ਤੇ ਗਿਆ ਸਾਡੀ ਆਪਣੇ ਸ਼ਾਦੀ ਉੱਥੇ ਕੀ ਚਲਾ ਗਿਆ ਅਤੇ ਸਾਨੂੰ ਅਤੇ ਮੇਰੇ ਲੜਕੇ ਨੂੰ ਫੜ ਕੇ ਲੈ ਗਿਆ ਜੀ। ਅਤੇ ਉਸ ਰਾਤ ਨੂੰ ਮੈਨੂੰ ਲੈ ਗਿਆ ਉੱਧਰ ਭੈਣ ਦੇ ਪਿੰਡ ਵੱਲ। ਉੱਥੇ ਜਾਣ 'ਤੇ ਮੁੰਡਾ ਉੱਥੇ ਨਹੀਂ ਮਿਲਿਆ। ਉੱਥੋਂ ਦੁਬਾਰਾ ਫਿਰ ਸਾਨੂੰ ਅਤੇ ਮੇਰੇ ਭਤੀਜੇ ਨੂੰ ਇੱਥੇ ਲੈ ਦਸੂਹੇ ਆ ਕੇ ਲੈ ਆਏ। ਇੱਥੇ ਆਉਂਦੇ ਮੇਰੇ 'ਤੇ ਉਹਨਾਂ ਨੇ ਤਸ਼ੱਦਦ ਕੀਤਾ, ਕਾਕੇ 'ਤੇ ਵੀ ਕੀਤਾ। ਅੱਛਾ, ਤੁਹਾਡੇ 'ਤੇ ਤਸ਼ੱਦਦ ਪੁਲਿਸ ਦੇ ਵੱਲੋਂ ਢਾਇਆ ਗਿਆ। ਜਦੋਂ ਤੁਹਾਨੂੰ ਪਹਿਲਾਂ ਕੁਲਦੀਪ ਸਿੰਘ ਦੇ ਬਾਰੇ, ਤੁਹਾਡੇ ਬੇਟੇ ਦੇ ਬਾਰੇ ਪੁੱਛਣ ਆਏ, ਉਦੋਂ ਕੁਲਦੀਪ ਸਿੰਘ ਦੀ ਉਮਰ ਕਿੰਨੀ ਸੀਗੀ? 17-18 ਸਾਲ ਦੀ ਹੋਵੇਗੀ। ਪੜ੍ਹਦਾ ਸੀਗਾ ਉਹ? ਨਹੀਂ, ਪੜ੍ਹਦਾ ਨਹੀਂ ਸੀ ਉਸ ਟਾਈਮ, ਪੜ੍ਹਦਾ ਨਹੀਂ। ਗੁਰਸਿੱਖ ਸੀਗੇ ਉਹਦਾ? ਗੁਰਸਿੱਖ ਸੀਗੇ। ਮਾਤਾ ਉਹਨੂੰ ਸ਼ੌਂਕ ਸੀ ਗੁਰਦੁਆਰਿਆਂ ਦੇ ਦਰਸ਼ਨ ਕਰਨ ਚਲਾ ਜਾਂਦਾ ਹੈ, ਅੰਮ੍ਰਿਤਧਾਰੀ ਸਿੱਖ ਸੀਗਾ। ਅੱਛਾ, ਜਦੋਂ ਤੁਹਾਨੂੰ ਤੁਹਾਡੀ ਭੈਣ ਦੇ ਘਰ ਲੈ ਗਏ ਯੂਪੀ, ਇੱਥੋਂ ਘਰੇ ਕੁਲਦੀਪ ਸਿੰਘ ਨੂੰ ਲੱਭਣ ਆਈ ਸੀ ਪੁਲਿਸ, ਕਿੰਨੇ ਪੁਲਿਸ ਮੁਲਾਜ਼ਮ ਸੀਗੇ? ਕੌਣ ਉਸ ਟੀਮ ਦੀ ਅਗਵਾਈ ਕਰ ਰਿਹਾ ਸੀ ਉਦੋਂ? ਉਸ ਟੀਮ ਦੀ ਅਗਵਾਈ ਬਖਸ਼ੀਸ਼ ਸਿੰਘ SHO ਸੀ, ਅਤੇ ਮੇਰੇ ਖਿਆਲ 4 ਕੁ ਬੰਦੇ ਸੀਗੇ ਹੋਰ ਨਾਲ। ਅਤੇ ਫਿਰ ਉੱਥੋਂ ਵੀ ਉਹਨਾਂ ਨੇ 1-2 ਬੰਦੇ ਲੈ ਯੂਪੀ ਜਾ ਕੇ ਵੀ। ਕਿਆ ਕਿਸੇ ਪੁਲਿਸ ਵਾਲੇ ਕਿਉਂ ਕੁਲਦੀਪ ਨੂੰ ਫੜਨਾ ਚਾਹੁੰਦੇ ਸੀਗੇ? ਕੀ ਇਲਜ਼ਾਮ ਸੀਗੇ ਕੁਲਦੀਪ ਸਿੰਘ ਦੇ ਉੱਤੇ? ਉਹਨਾਂ ਨੂੰ ਪਤਾ ਹੋਵੇ ਜੀ, ਸਾਨੂੰ ਤਾਂ ਕੋਈ ਇਸ ਬਾਰੇ ਪਤਾ ਨਹੀਂ, ਅਤੇ ਉਹ ਹੀ ਜਾਣਦੇ ਕਿ ਇਹ ਗੱਲ ਹੈਗੀ ਹੈ। ਅੱਛਾ, ਜਦੋਂ ਤੁਹਾਨੂੰ ਯੂਪੀ ਲੈ ਗਏ, ਉੱਥੋਂ ਕੁਲਦੀਪ ਸਿੰਘ ਤੁਹਾਡੀ ਭੈਣ ਦੇ ਘਰ ਨਹੀਂ ਮਿਲਿਆ, ਉਹ ਉੱਥੇ ਵਿਆਹ 'ਤੇ ਗਏ ਸੀ ਕੁਲਦੀਪ ਸਿੰਘ? ਨਹੀਂ, ਉਹ ਵਿਆਹ 'ਚ ਬਾਅਦ 'ਚ ਸੀ। ਪਹਿਲਾਂ ਚਲੇ ਗਏ ਸੀ ਭੂਆ ਦੇ ਘਰ? ਹਾਂ, ਸਾਡਾ ਅੰਦਾਜ਼ਾ ਸੀ ਕਿ ਉੱਥੇ ਗਿਆ ਹੋਊਗਾ। ਉੱਥੋਂ ਨਹੀਂ ਪਹੁੰਚਿਆ, ਫਿਰ ਵਾਪਸ ਸਾਨੂੰ ਲੈ ਆਏ ਸੀ। ਵਾਪਸ ਤੁਹਾਨੂੰ ਦਸੂਹਾ ਥਾਣਾ ਲਿਆ? ਹਾਂਜੀ। ਅਤੇ ਮੇਰੇ ਤਾਂ ਨਿੱਕਾ ਕਾਕਾ ਲਾਡੀ ਜੀ ਨੂੰ ਕਹਿੰਦੇ ਨੇ, ਜਸਵਿੰਦਰ ਸਿੰਘ ਦਾ ਨਾਂ ਹੈ। ਦੋਵਾਂ ਨੂੰ ਤਾਂ ਬਹੁਤ ਤਸ਼ੱਦਦ ਕੀਤਾ ਇਹਨਾਂ ਨੇ। ਫਿਰ ਸਵੇਰੇ ਬੰਦੇ ਗਿਆ ਅਤੇ ਸਾਨੂੰ ਪਰੇਸ਼ਾਨ ਛੱਡ ਦਿੱਤਾ। ਫਿਰ 3 ਰਾਤ ਨੂੰ 3 ਤਰੀਕ ਨੂੰ 1991 ਵਿੱਚ ਫਿਰ ਇਹਨਾਂ ਨੇ ਸਾਡੇ ਘਰ ਰੇਡ ਕੀਤੀ ਜੀ। ਅਤੇ ਉਸ ਵੇਲੇ ਮੈਨੂੰ ਵੀ ਅਤੇ ਮੇਰੇ ਭਰਾ ਨੂੰ ਅਤੇ ਮੇਰੇ ਕਾਕੇ ਨੇ ਇਹਨੂੰ, ਅਤੇ ਉਹਨੂੰ ਫੜ ਕੇ ਲੈ ਗਏ ਥਾਣੇ। ਉੱਥੇ ਜਾ ਕੇ ਸਾਨੂੰ ਤੇ ਝੁਰਕਿਆ ਤਸ਼ੱਦਦ ਕੀਤਾ, ਅਤੇ ਇਹ ਸਾਨੂੰ ਅੰਦਰ ਡਿੱਗਦਾ, ਅਤੇ ਇਹਨੂੰ ਫਿਰ ਤਸ਼ੱਦਦ ਕੀਤਾ ਮੁੰਡੇ ਤੋਂ ਬਹੁਤ ਜ਼ਿਆਦਾ। ਕੁਲਦੀਪ ਸਿੰਘ ਉਦੋਂ ਪੁਲਿਸ ਦੇ ਹੱਥ ਆ ਗਿਆ ਸੀ? ਹਾਂ ਜੀ, ਇਸਨੂੰ ਘਰ ਕੋ ਫੜਿਆ ਖੜਿਆ ਨਾ ਜੀ। ਘਰ ਤੋਂ ਪੁਲਿਸ ਫੜ ਕੇ ਲੈ ਗਈ ਦੁਬਾਰਾ ਜਦੋਂ ਦੂਜੀ ਵਾਰ ਰੇਡ ਹੋਈ ਘਰ 'ਤੇ? ਅਤੇ ਫਿਰ ਉਹ ਇਹਨਾਂ ਜ਼ਿਆਦਾ ਤਸ਼ੱਦਦ ਕੀਤਾ, ਇਹਨਾਂ ਸਮਝਿਆ ਭਈ ਜ਼ਿਆਦਾ ਤਸ਼ੱਦਦ ਹੋ ਗਿਆ, ਫਿਰ ਇਹ ਜੀਪ 'ਚ ਪਾ ਕੇ ਲੈ ਗਿਆ ਅਤੇ ਉਹਦੇ ਕਰ ਦਿੱਤਾ। ਅੱਛਾ, ਫਿਰ ਜਦੋਂ ਇੱਥੋਂ ਕੁਲਦੀਪ ਸਿੰਘ ਤੁਹਾਨੂੰ, ਸਾਰੇ ਪਰਿਵਾਰ ਨੂੰ ਜਦੋਂ ਪੁਲਿਸ ਫੜ ਕੇ ਲੈ ਗਈ ਥਾਣੇ, ਉੱਥੇ ਜਾ ਕੇ ਫਿਰ ਕੀ ਕਿਹਾ ਪੁਲਿਸ ਨੇ? ਕਿੱਦਾਂ ਦਾ ਸਲੂਕ ਕੀਤਾ ਪੁਲਿਸ ਨੇ ਤੁਹਾਡੇ ਨਾਲ? ਸਾਨੂੰ ਤਾਂ ਜਾਂਦੇ ਝਿੜਕਿਆ ਅਤੇ ਸਾਨੂੰ ਤਾਂ ਫਿਰ ਇਹਨਾਂ ਨੇ ਉਹ ਬੈਗ 'ਚ ਅੰਦਰ ਬੰਦ ਕਰ ਦਿੱਤਾ ਜੀ, ਅਤੇ ਉਹਦੇ ਤਸ਼ੱਦਦ ਕੀਤਾ। ਫਿਰ ਅੱਛਾ, ਕੁਲਦੀਪ ਸਿੰਘ ਦੇ ਉੱਤੇ ਤਸ਼ੱਦਦ ਢਾਉਣੀ ਸ਼ੁਰੂ ਕਰ ਦਿੱਤੀ ਪੁਲਿਸ ਨੇ? ਉਹਨੂੰ ਪੁੱਛਦੇ ਹੋਣਗੇ ਕੋਈ, ਜਿਹੜੀ ਵੀ ਇਹਨਾਂ ਦੀ ਕੋਈ ਗੱਲਬਾਤ ਪੁੱਛੋਗੇ ਨਾ, ਉਹ ਫਿਰ ਜ਼ਿਆਦਾ ਹੀ ਮੇਰਾ ਖਿਆਲ ਇਹਨਾਂ ਤੋਂ ਹੋ ਗਿਆ ਕੋਈ ਹੱਦ ਤੋਂ ਵੱਧ। ਅਤੇ ਫਿਰ ਇਹਨਾਂ ਨੇ ਸਮਝਿਆ ਵੀ ਇੱਦਾਂ, ਫਿਰ ਇਹਨੂੰ ਲੈ ਗਿਆ ਜੀਪ, ਉੱਥੇ ਜਾ ਕੇ ਕਰ ਦਿੱਤਾ। ਅੱਛਾ, ਫਿਰ ਤੁਹਾਡੇ ਬੇਟੇ ਨੂੰ ਥਾਣੇ ਤੋਂ ਪੁਲਿਸ ਲੈ ਗਈ ਉੱਥੋਂ?
ਕਿੱਥੇ ਲੈ ਕੇ ਗਏ ਸੀ, ਪਤਾ ਲੱਗਾ ਕੁਝ? ਇੱਥੇ ਪੱਠਾ ਦੱਸਦੇ ਨੇ ਉੱਥੇ ਕਰਕੇ ਹੈਗਾ ਗਾਜਾ ਪਟੋਲੀ ਕੇ ਕੀ ਦਾ ਕੋਈ ਨਾਂ ਹੈਗਾ, ਭੁੱਲ ਗਿਆ। ਉੱਥੇ ਜਾ ਕੇ ਫਿਰ ਕਾਊਂਟਰ ਕਰਨਾ ਚਾਹੀਦਾ, ਉੱਥੇ ਜਾ ਕੇ ਮੁਕਾਬਲਾ ਬਣਾ ਦਿੱਤਾ। ਬਣਾ ਸਹੀ। ਤੁਹਾਡੇ ਉੱਤੇ ਤਸ਼ੱਦਦ ਢਾਈ ਗਈ, ਤੁਹਾਨੂੰ ਕਿੱਦਾਂ ਟੌਰਚਰ ਕੀਤਾ ਪੁਲਿਸ ਨੇ, ਮਾਰ ਕੁਟਾਈ ਕੀਤੀ ਸੀ, ਕੀ ਕਹਿੰਦੇ ਸੀ ਉਦੋਂ? ਉਹ ਇੱਕ ਤੇ ਰੋਲਾ ਫੇਰੇ ਜੀ ਇੱਥੇ ਜੇ ਚੜ੍ਹਦੇ ਬਹੁਤ, ਮਤਲਬ ਪਟਕਾ ਪੁਟਕਾ ਮਾਰਿਆ ਬਹੁਤ, ਕੋਈ 15 ਮਿੰਟ ਕਰਦੇ ਰਹੇ ਇੱਦਾਂ ਹੀ। ਤੁਹਾਡੇ ਨਾਲ ਵੀ ਮਾਰ ਕੁਟਾਈ ਕੀਤੀ? ਤੇ ਮੇਰੇ ਉਹ ਛੋਟੇ ਕਾਕੇ ਨੂੰ ਕੀਤਾ ਜੀ, ਉਹ ਇਹ ਤਾਂ ਪਹਿਲਾਂ ਦੀ ਗੱਲ ਹੈ ਨਾ, ਜਦੋਂ ਪਹਿਲੇ ਜੇ ਰੇਡ ਕੀਤੀ ਉਦੋਂ ਦੀ ਗੱਲ ਹੈ। ਉਸ ਤੋਂ ਬਾਅਦ ਫਿਰ ਸਵੇਰੇ ਬੰਦੇ ਮੁੰਦੇ ਗੱਲ ਸਾਨੂੰ ਛੱਡ ਦਿੱਤਾ, ਅਤੇ ਫਿਰ ਉਹ ਸ਼ਾਮ ਨੂੰ ਪਤਾ ਲੱਗਾ ਵੀ ਇਹਨਾਂ ਨੇ ਕਾਊਂਟਰ ਕਰਤਾ ਬੱਚੇ ਦਾ। ਤੁਹਾਨੂੰ ਕਿੱਦਾਂ ਪਤਾ ਲੱਗਾ ਫਿਰ, ਉਹ ਖਬਰ ਕਿਵੇਂ ਆਈ ਘਰ ਕੇ? ਹੁੰਦਿਆਂ ਸੰਦੇ ਜੀ ਨਿਕਲ ਜਾਂਦੀ ਗੱਲ, ਸਵੇਰ ਦਾ ਕਾਊਂਟਰ ਕੀਤਾ ਸੀ, ਅਤੇ ਇੱਕ ਸਾਡਾ ਉੱਥੇ ਸੀ ਵੀ ਇਹ ਪਿੰਡ ਦਾ ਮੁੰਡਾ ਸੀ, ਉਹਨੇ ਮੈਂ ਕਿਹਾ ਵੀ ਵਾਕਿਆ ਉਹੀ ਮੁੰਡਾ ਹਸਪਤਾਲ ਦੇ ਵਿੱਚ ਨੌਕਰੀ ਕਰਦਾ ਸੀ, ਅਤੇ ਲੋਕਾਂ ਤੋਂ ਸੁਣਿਆ ਸੀ ਵੀ। ਫਿਰ ਅਸੀਂ ਸਵੇਰੇ ਠੰਡ ਠੁਣ ਗਏ, ਉਹ ਫਿਰ ਆਪਣਾ ਉਹਨਾਂ ਦੀ ਉਹ ਪਹਿਲਾਂ ਕਹਿਣ ਲੱਗੇ ਆ ਤਾਰ ਕੇ ਆਓ ਇਹ ਖਰਚਾ, ਇਹ ਫਿਰ ਖਰਚਾ ਕਰ, ਫਿਰ ਅਸੀਂ ਅਸਥਿਤੀਆਂ ਉਹਦੀਆਂ ਲਿਆਂਦੀਆਂ। ਫਿਰ ਇਹ ਕਿੱਥੇ ਐਨਕਾਊਂਟਰ ਕਿੱਥੇ ਹੋਇਆ ਸੀਗਾ, ਕੁਛ ਪਤਾ ਜਗ੍ਹਾ ਦਾ ਜਿੱਥੇ ਐਨਕਾਊਂਟਰ ਹੋਇਆ? ਫਿਰ ਤੁਸੀਂ ਦੁਬਾਰਾ ਉਸ ਜਗ੍ਹਾ 'ਤੇ ਗਏ, ਪੁਲਿਸ ਦੇ ਕੋਲ ਗਏ, ਡੈੱਡ ਬੋਡੀ ਲੈਣ ਦੀ ਕੋਸ਼ਿਸ਼ ਕੀਤੀ? ਡੈੱਡ ਬੋਡੀ ਤੋਂ ਸਾਨੂੰ ਪਤਾ ਲੱਗਾ ਰਾਤ ਨੂੰ 8 ਸਾਢੇ 8 ਖੜਿਆ, ਅਤੇ ਸਵੇਰੇ 3 ਵਜੇ ਕਾਊਂਟਰ ਕਰਕੇ ਪੋਸਟਮਾਰਟਮ ਕਰਾ ਲਿਆ ਉਹਨਾਂ ਨੇ ਉਸੇ ਦਿਨ ਹੀ। ਉਹਨੇ ਟਾਈਮ ਨਹੀਂ ਪੈਣ ਦਿੱਤਾ ਵਿੱਚ, ਦਿਨ ਜੇ 9-10 ਵਜੇ ਨੂੰ ਤਾਂ ਸਰਕਾਰ ਵੀ ਕਰ ਦਿੱਤਾ। ਉਹ ਜਿੱਧਰ ਖੜਿਆ ਨਾ ਰਾਤ ਨੂੰ, ਉਸੇ ਰਾਤ ਜਦੋਂ ਉਹਨੇ ਤਸ਼ੱਦਦ ਕੀਤਾ ਬਹੁਤ, ਸਮਝਿਆ ਵੀ ਹੁਣ ਇਹ ਜ਼ਿਆਦਾ ਹੋ ਗਈ ਸਾਡੇ ਕੋਲ ਤਸ਼ੱਦਦ। ਮਤਲਬ ਕੁਲਦੀਪ ਸਿੰਘ ਦੇ ਉੱਤੇ ਪੁਲਿਸ ਦੇ ਵੱਲੋਂ ਤਸ਼ੱਦਦ ਜ਼ਿਆਦਾ ਢਾਹ ਦਿੱਤੀ ਗਈ? ਹਾਂ, ਘੱਟ ਕੀਤਾ ਗਿਆ ਸੀ ਬਹੁਤ। ਹਾਲਤ ਵਿਗੜ ਗਈ ਹੋਊਗੀ ਜਿਹੜੀ ਪੁਲਿਸ ਨੂੰ ਉੱਥੋਂ ਵਿਗੜ ਗਈ, ਸਮਝਿਆ ਵੀ ਨਹੀਂ ਹੁਣ ਬਚਣਾ ਇਹਨੇ, ਅਤੇ ਫਿਰ ਉਹਨਾਂ ਨੇ ਉੱਥੇ ਖੜ੍ਹ ਕੇ ਕਾਊਂਟਰ ਕੀਤਾ ਜੀ। ਕੌਣ ਸੀਗਾ ਉਦੋਂ? SHO ਕੌਣ ਸੀਗਾ? SSP ਕੌਣ ਸੀ? ਮੋਹਨ ਸਿੰਘ। ਫਿਰ SHO ਮੋਹਨ ਸਿੰਘ ਨੂੰ ਉਦੋਂ ਤੁਸੀਂ ਮਿਲੇ, ਉਦੋਂ ਪੁੱਛਿਆ ਉਹਨਾਂ ਨੂੰ ਮੇਰੇ ਪੁੱਤ ਦਾ ਕੀ ਕਸੂਰ ਸੀਗਾ, ਕਿਉਂ ਮੇਰੇ ਪੁੱਤ ਦੇ ਨਾਲ ਇੱਦਾਂ ਕੀਤਾ? ਅਸੀਂ ਫਿਰ ਗਏ ਜੀ, ਤਾਂ ਉਹਨੇ ਕਿਹਾ ਮੇਰੇ ਸਰਟੀਫਿਕੇਟ ਲੈਣ ਵਾਸਤੇ ਗਏ ਡੈਡ, ਉਹਨੇ ਸ਼ਨਾਖਤ ਵੀ ਉਹ ਵੀ ਬੜੀ ਮੁਸ਼ਕਲ ਨਾਲ ਤਰਲੇ ਮਿਹਨਤ ਕਰਕੇ ਲਿਆ ਜੀ। ਉਹ ਤਾਂ ਗੱਲ ਹੀ ਨਹੀਂ ਸੁਣਦੇ, ਉਹ ਤਾਂ ਕਿਸੇ ਨਾ ਕਿਸੇ ਸਰਪੰਚ ਦੀ ਸੁਣਦੇ, ਨਾ ਕਿਸੇ ਬੰਦੇ ਦੀ ਸੁਣਦੇ। ਝੂਠਾ ਮੁਕਾਬਲਾ ਬਣਾਇਆ ਸੀਗਾ ਤੁਹਾਡਾ? ਮੁਕਾਬਲਾ ਬਣਿਆ ਬਿਲਕੁਲ। ਕੀ ਕਰਦੇ ਸੀ ਕੁਲਦੀਪ ਸਿੰਘ ਉਦੋਂ? ਉਹ ਕਬੱਡੀ ਵੀ ਤੁਸੀਂ ਦੱਸ ਦਿਓ ਖੇਡਦੇ ਸੀ? ਉਸ ਸਾਲ ਸਾਡੇ ਪਿੰਡ ਦੀ ਕਬੱਡੀ ਦੀ ਟੀਮ ਫਸਟ ਆਈ ਹੈ ਜੀ, ਉਹਨਾਂ ਨੇ ਇਨਾਮ ਲਿਆ। ਉਸ ਤੋਂ ਬਾਅਦ ਦੂਜਾ ਸਾਲ ਜਦੋਂ ਆਇਆ, ਉਹਨੂੰ ਕਹਿੰਦੇ ਤੂੰ ਖੇਡ, ਉਹ ਕਹਿੰਦਾ ਉਦੋਂ ਇਹ ਕੰਮ ਹੋ ਗਿਆ ਸੀ, ਉਹ ਮਿਲ ਨਹੀਂ ਰਿਹਾ, ਅਤੇ ਮੁੰਡਿਆਂ ਨੇ ਕਿਹਾ ਹੋਣਾ, ਉਹਨੇ ਕਿਹਾ ਵੀ ਹੁਣ ਮੈਂ ਨਹੀਂ ਖੇਡ ਸਕਦਾ। ਬਾਪੂ ਜੀ ਇੰਨਾ ਸਮਾਂ ਹੋ ਗਿਆ, ਪੁੱਤ ਦੀ ਆਖਰੀ ਸਮੇਂ ਦੇ ਵਿੱਚ ਪੁੱਤ ਨੂੰ ਦੇਖ ਵੀ ਨਹੀਂ ਤੁਸੀਂ ਸਕੇ, ਸੰਸਕਾਰ ਪੁਲਿਸ ਦੇ ਵੱਲੋਂ ਜਿਸ ਤਰੀਕੇ ਨਾਲ ਤੁਸੀਂ ਦੱਸਦੇ ਨੇ ਹੈ ਨਾ, ਉਹ ਆਖਰੀ ਰਸਮਾਂ ਵੀ ਰਹਿ ਗਈਆਂ। ਤੁਹਾਡਾ ਪੁੱਤ ਸੀਗਾ, ਬੜੇ ਲਾਡਾਂ ਪਿਆਰਾਂ ਦੇ ਨਾਲ ਪਾਲਿਆ ਸੀਗਾ, ਕਬੱਡੀ ਵੀ ਖੇਡਦਾ ਸੀਗਾ ਹੈ ਨਾ। ਇਹ ਸਮਾਂ ਕਿੱਦਾਂ ਲੰਘਿਆ ਫਿਰ, ਜਦੋਂ ਇੱਕ ਪੁੱਤ ਨਹੀਂ ਸੀਗਾ, ਫਿਰ ਬਾਪ ਦਾ ਸਮਾਂ ਕਿੱਦਾਂ ਲੰਘਿਆ, ਕਿਵੇਂ ਗੁਜ਼ਾਰਾ ਚੱਲਿਆ, ਕਿਵੇਂ ਬਾਪ ਨੇ ਪੁੱਤ ਦੇ ਇਨਸਾਫ ਦਿਵਾਉਣ ਦੇ ਲਈ ਕਿੰਨੇ ਕੁ ਧੱਕੇ ਖਾਧੇ? ਗੁਜ਼ਾਰਾ ਤਾਂ ਸਾਡਾ ਬਿਲਕੁਲ ਕੰਮ ਬਿਲਕੁਲ ਠੱਪ ਹੋ ਗਿਆ ਜੀ, 3-4 ਸਾਲ ਇੱਦਾਂ ਹੀ ਰਿਹਾ ਜੀ। ਡੰਗਰ ਸੇ ਵੀ ਵਿਕ ਗਿਆ, ਜੇ ਕਿਸੇ ਨੂੰ ਨੌਕਰ ਰੱਖਦੇ ਉਹਨੂੰ ਵੀ ਨਹੀਂ ਪੱਠੇ ਪਾਉਣ ਦਿੰਦੇ, ਜੇ ਕਿਸੇ ਰਿਸ਼ਤੇਦਾਰ ਆਉਂਦਾ ਉਹਨੂੰ ਨਹੀਂ ਤੰਗ ਕਰ, ਉਹਨੂੰ ਵੀ ਫੜ ਕੇ ਲੈ ਜਾਂਦੇ ਹਨ। ਅਤੇ ਕਮ ਸੇ ਕਮ ਦਿਹਾੜੀ 'ਚ 3-4 ਸਾਲ ਬਾਅਦ ਇੱਕ ਦਿਹਾੜੀ 'ਚ ਇੱਕ ਵਾਰੀ ਤਾਂ ਜ਼ਰੂਰ ਰੇਡ ਕਰਦੇ ਹਨ। ਦਿਹਾੜੀ 'ਚ ਇੱਕ ਵਾਰੀ ਪੁਲਿਸ ਉਦੋਂ ਘਰ ਆਉਂਦੀ? ਕਈ ਵਾਰੀ 2 ਵਾਰੀ ਵੀ ਆ ਜਾਂਦੀ, ਅਤੇ ਆਪਾਂ ਤਾਂ ਫਿਰ ਘਰ ਘੱਟ ਹੀ ਰਹੇ ਹਾਂ। ਮੈਂ ਤਾਂ ਫਿਰ ਵੱਡਾ ਕਾਕਾ ਜਦੋਂ ਉੱਥੇ ਹੀ ਗ੍ਰੰਥੀ ਦੀ ਸੇਵਾ ਕੀਤੀ, ਗੁਪਤ ਰਹਿ ਕੇ ਉੱਥੇ ਗੁਜ਼ਾਰਾ ਕਰ। ਉਦੋਂ ਫਿਰ ਤੁਸੀਂ ਘਰ-ਬਾਰ ਆਪਣਾ ਘਰ ਛੱਡ ਦਿੱਤਾ ਸੀਗਾ, ਘਰੋਂ ਬਾਹਰ ਛੱਡਣਾ ਹੀ ਪੈਣਾ ਸੀ, ਕੋਈ ਬੁਣੀ ਨਹੀਂ ਘਰ, ਤੇ ਫਿਰ ਤੰਗ ਕਰਦੇ ਸੀ ਬਹੁਤ ਜ਼ਿਆਦਾ। ਅਤੇ ਜੇ ਅਗਰ ਲਾਂਭੇ ਹੋ ਕੇ ਸੌਣਾ, ਘਰ ਸੌਣਾ ਵੀ ਨਾ, ਬਾਹਰ ਹੀ ਮੋਟਰ 'ਤੇ, ਕਦੇ ਕਿਸੇ ਮੋਟਰ 'ਤੇ, ਕਦੇ ਕਿਸੇ ਮੋਟਰ 'ਤੇ, ਕਦੇ ਕਿਸੇ ਮੋਟਰ 'ਤੇ ਸੌਂਦੇ ਰਹੇ ਜੀ।
ਕਦੀ ਸੀਗਾ ਕੋਈ ਤੁਹਾਨੂੰ ਲੱਗਾ ਇਹ ਵੀ ਕੁਲਦੀਪ ਸਿੰਘ ਦੇ ਉੱਤੇ ਇਦਾਂ ਦੇ ਇਲਜ਼ਾਮ ਲੱਗ ਸਕਦੇ ਨੇ, ਜਿਸ ਤਰੀਕੇ ਦੇ ਨਾਲ ਪੁਲਿਸ ਨੇ ਮੁਕਾਬਲਾ ਹੀ ਬਣਾ ਦਿੱਤਾ, ਉਹਨੂੰ ਗ੍ਰਿਫਤਾਰ ਕੀਤਾ, ਤਸ਼ੱਦਦ ਢਾਈ, ਲੱਗਦਾ ਸੀਗਾ ਤੁਹਾਨੂੰ ਵੀ ਕੁਲਦੀਪ ਸਿੰਘ ਦੀ? ਪਿੰਡ 'ਚੋਂ ਕਿਸੇ ਨੂੰ ਪੁੱਛੋਗੇ ਉਹ ਕਹੇਗਾ ਵੀ ਕਿ ਨਹੀਂ, ਇਹੋ ਜਿਹਾ ਬੱਚਾ ਨਹੀਂ ਸੀ ਹੋਏਗਾ। ਕਿੰਨੇ ਭੈਣ ਭਰਾ ਸੀਗੇ ਕੁਲਦੀਪ ਸਿੰਘ? ਇਹ ਤਿੰਨ ਕਾਕੇ ਸੀ, ਇੱਕ ਗੁੱਡੀ ਹੈ ਜੀ। ਫਿਰ ਉਹਨਾਂ ਨੂੰ ਵੀ ਤੰਗ ਕਰਦੀ ਸੀ ਪੁਲਿਸ? ਜਿਹੜੇ ਦੂਸਰੇ ਭਰਾ ਸੀਗੇ ਉਹਨਾਂ ਨੂੰ ਵੀ ਚੱਕ ਕੇ ਲੈ ਜਾਂਦੀ ਸੀ? ਉਹਨਾਂ ਨੂੰ ਉਸ ਤੋਂ ਬਾਅਦ ਇਹ ਸੇਖੋਂ ਚੱਕ ਕੇ ਲੈ ਕੇ ਵੱਡੇ ਮੁੰਡੇ ਨੂੰ ਜੀ। ਉਹ ਮੇਰੇ ਕੋਲ ਬਹੁਤ ਜਿਹੜੀ ਗੱਲ ਹੈ ਉਹ ਵੀ ਫਿਰ ਬੇਸ ਤੱਕ ਤਰਲਮਤ ਕਰਕੇ ਉਹਨੂੰ ਛਡਾਇਆ ਵਿਚਾਰੇ ਨੂੰ। ਅੱਛਾ, ਵੱਡੇ ਕਾਕੇ ਨੂੰ ਵੀ ਇਹੀ ਗੱਲ ਕਹਿ ਕੇ ਵੱਡੇ ਬੇਟੇ ਨੂੰ ਤੁਹਾਡੇ ਨੂੰ ਉਹਨੂੰ ਵੀ ਪੁਲਿਸ ਲੈ ਗਈ ਸੀਗੀ? ਫਿਰ ਉਹ ਲੋਕਾਂ ਸ਼ੱਕ ਹੀ ਬਹੁਤ ਕਰਦੇ ਸੀ ਸਾਡੇ ਤੇ ਜੀ ਵੀ ਇਹ ਹੈ ਅੱਤਵਾਦੀ, ਸਾਰਾ ਪਰਿਵਾਰ ਅੱਤਵਾਦੀ ਹੈ ਜੀ। ਕਈ ਵਾਰੀ ਅਸੀਂ ਤਾਂ ਘਰ ਨਹੀਂ ਵੈਸੇ ਗੁੱਡੀ ਤੇ ਮੇਰੀ ਮੈਸੇਜ ਹੁੰਦੀ, ਉਹਨਾਂ ਨੂੰ ਕਈ ਵਾਰੀ ਤੰਗ ਕਰਨਾ, ਬਾਹਰੋਂ ਧੱਕੇ ਮਾਰਨੇ, ਬੂਹੇ ਨੂੰ ਤੋੜਨੇ। ਉਹ ਤੋਂ ਫਿਰ ਕੋਈ ਕੇਸ ਵਗੈਰਾ ਕਦੀ ਅਦਾਲਤ ਤੱਕ ਕੋਈ ਪੈਰਵਾਈ ਕਰਨ ਦੀ ਕੋਸ਼ਿਸ਼ ਕੀਤੀ ਕੇਸ ਦੀ? ਪੋਸਟਮਾਰਟਮ ਰਿਪੋਰਟ ਜਾਂ ਕੁਛ ਇਦਾਂ ਦਾ ਮਿਲਿਆ, ਕੋਈ ਸਬੂਤ ਮਿਲਿਆ ਕੁਛ? ਮੈਂ ਸਬੂਤ ਹੈ ਸਰ ਤੁਹਾਡੇ ਕੋਲ ਸਾਹਮਣੇ ਸਾਰੇ ਇਕੱਠੇ ਕੀਤੇ ਜੀ। ਇਹ ਵੀ ਮੈਨੂੰ ਪਤਾ ਜਿੱਦਾਂ ਮੈਂ ਕੀਤੇ, ਜੇ ਕੋਈ ਹੋਰ ਬੰਦਾ ਹੁੰਦਾ ਤਾਂ ਉਹ ਵੀ ਨਹੀਂ ਕਰ ਸਕਦਾ ਜੀ। ਸ਼ਨਾਖਤ ਵੀ ਉਹਨਾਂ ਕੋਲ ਲਈ, FIR ਵੀ ਮੈਂ ਲਈ ਕਿਸੇ ਤਰੀਕੇ ਨਾਲ ਹੈ ਜੀ। ਫਿਰ ਉਹ ਬੈਂਸ ਵਾਲਾ ਵੀ ਤੁਹਾਨੂੰ ਦੱਸਿਆ ਜਿਹੜਾ ਉਹਨਾਂ ST ਬਣਾਈ ਸੀ, ਉੱਥੇ ਵੀ ਮੈਂ ਅਪਲਾਈ ਕੀਤਾ। ਉਹਨੂੰ ਉਹ ਫਿਰ ST ਨੂੰ ਮਨਜ਼ੂਰੀ ਨਹੀਂ ਦਿੱਤੀ ਬਾਦਲ ਸਾਹਿਬ ਨੇ, ਉਹ ਵੀ ਫਿਰ ਮਿਸ ਹੋ ਗਿਆ। ਫਿਰ ਮੈਂ ਉਹ ਬੈਂਸ ਸਾਹਿਬ ਦੇ ਲੜਕਾ ਜਿਹੜਾ ਚੰਡੀਗੜ੍ਹ ਹੁੰਦਾ ਉਹਦੇ ਕੋਲ ਵੀ ਐਪਲੀਕੇਸ਼ਨ ਦਿੱਤੀ ਜੀ। ਉਹਨੇ ਵੀ ਕਿਹਾ ਵੀ ਮੈਂ ਕਰਨਾ, ਉਹਨੇ ਵੀ ਕਿਸੇ ਪਾਸੇ ਗੱਲ ਨਹੀਂ ਲੱਗੀ ਉਹ ਵੀ ਜੀ। ਉਸ ਤੋਂ ਬਾਅਦ ਮੈਂ ਸ਼ੇਰਗਿੱਲ ਆਪਣਾ ਇੱਥੇ ਹੈਗਾ ਜਲੰਧਰ ਦਾ ਵਕੀਲ, ਉਹਦੇ ਕੋਲ ਅਪਲਾਈ ਕੀਤਾ ਜੀ। ਉਹਨੇ ਵੀ ਇਹ ਬਣਾਈ, ਉਹਨੇ ਵੀ ਕੁਛ ਨਹੀਂ ਕੀਤਾ ਜੀ। ਫਿਰ ਮੈਂ ਇਹ ਲੁਧਿਆਣੇ ਮੈਨੂੰ ਪਤਾ ਲੱਗਾ ਵੀ ਕਿਸੇ ਨੇ ਦੱਸਿਆ ਵੀ ਮੇਰਾ ਦੋਸਤ ਹੈ ਉੱਥੇ ਪ੍ਰਧਾਨ ਹੈਗਾ ਮਨੁੱਖੀ ਅਧਿਕਾਰਾਂ ਦਾ ਅਧਿਕਾਰ, ਉੱਥੇ ਕਿ ਉਹ ਮੈਨੂੰ ਮਿਲੇ ਨਹੀਂ ਜੀ। तो ਉਹਦਾ ਸਟਾਫ ਮਿਲਿਆ ਤੇ ਉਹਨਾਂ ਨੇ ਕੋਈ ਜਵਾਬ ਸਹੀ ਕੋਈ ਜਵਾਬ ਨਹੀਂ ਮੈਨੂੰ ਮਿਲਿਆ। ਫਿਰ ਮੈਂ ਉਸ ਤੋਂ ਬਾਅਦ ਨਹੀਂ ਗਿਆ ਜੀ। ਤੇ ਤੁਹਾਡੇ ਜਿਹੜੇ ਘਰ ਵਾਲੀ ਸੀਗੀ ਉਹ ਵੀ ਕਹਿੰਦੇ ਜਦੋਂ ਕੁਲਦੀਪ ਦੇ ਨਾਲੇ ਭਾਣਾ ਵਰਤਿਆ ਸੀਗਾ ਉਸ ਤੋਂ ਬਾਅਦ ਉਹ ਵੀ ਥੋੜੇ ਠੀਕ ਨਹੀਂ ਰਹਿੰਦੇ ਸੀਗੇ, ਉਹਨਾਂ ਦੀ ਸਿਹਤ ਵੀ ਖਰਾਬ ਹੋ ਗਈ? ਉਹ ਤਾਂ ਮੈਂ ਹੋ ਗਈ ਸੀ, ਆਪੇ ਜਿਹੜੀ ਡਿਸਪੈਂਸਰੀ ਬਹੁਤ ਚਲੀ ਗਈ ਸੀ, ਉਹ ਤੇ ਮੈਡੀਕਲ ਉਹਦਾ ਇਲਾਜ ਵੀ ਕਰਾਇਆ ਜੀ। ਕੁਲਦੀਪ ਸਿੰਘ ਦੇ ਦੁੱਖ ਦੇ ਵਿੱਚ ਹੀ ਮਾਂ ਦਾ ਜਿਹੜੀ ਹਾਲਤ ਉਹ ਖਰਾਬ ਹੋਣੀ ਸ਼ੁਰੂ ਹੋ ਗਈ ਸੀਗੀ, ਉਹ ਡਿਪਰੈਸ਼ਨ 'ਚ ਚਲੇ ਗਈ ਸੀ। ਹਾਂਜੀ। ਕਿੰਨੇ ਕੁ ਸਾਲ ਹੋ ਗਏ ਆ ਭਟਕਦਿਆਂ ਨੂੰ? ਕਿੰਨੇ ਕੁ ਸਾਲ ਹੋ ਗਏ ਕੋਰਟ ਕਚਹਿਰੀਆਂ ਦੇ ਤਰਲੇ ਪੁੱਤ ਨੂੰ? 91 ਦਾ ਹੁਣ 20 ਆ ਗਈ ਹੈ ਜੀ। 30 ਸਾਲ ਕਿੰਨੇ ਸਾਲ ਹੋ ਗਏ ਜੀ? 10 ਸਾਲ ਹੋਰ ਲਾ ਲਓ, 20 30 ਸਾਲ 30 31 ਸਾਲ ਹੋ ਗਏ ਜੀ। ਭੱਜੇ ਦੌੜੇ ਬਹੁਤ, ਪਰ ਨਹੀਂ ਕਿਸੇ ਪਾਸੇ। ਫਿਰ ਅਖੀਰ 'ਚ ਆ ਕੇ ਆਪਾਂ ਇੱਥੇ ਉਹ ਬਾਦਲ ਸਾਹਿਬ ਨੇ ਕੀਤਾ ਵੀ ਜਿਹਨਾਂ ਦੀ ਅਣਪਛਾਤੇ ਕਰਕੇ ਲੜ ਕੇ ਉਹ ਵੀ 1984 ਦੇ ਕੇਸ ਚਲੇ ਜਾਣਗੇ। ਫਿਰ ਮੈਂ ਕਮਿਸ਼ਨ ਸਾਹਿਬ ਦੇ ਦਿੱਤੀ ਜੀ ਐਪਲੀਕੇਸ਼ਨ, ਸਾਰੇ ਕਾਗਜ਼ ਮੈਂ ਨਾਲ ਲਾਏ। ਉਹਨਾਂ ਨੇ ਫਿਰ ਇੱਥੇ ਮਾਰ ਕੀਤੀ ਥਾਣੇ, ਅਤੇ ਉਹ ਫਿਰ ਥਾਣੇ ਵਾਲੇ ਆਏ ਮੇਰੇ ਕੋਲ, ਅਤੇ ਮੈਂ ਘਰ ਨਹੀਂ ਸਨ। ਫਿਰ ਉਹ ਕਹਿਣ ਲੱਗੇ ਸਾਨੂੰ ਉੱਥੇ ਮਿਲਿਓ। ਆਪਾਂ ਫਿਰ 2 ਬੰਦੇ ਥਾਣੇ ਗਏ ਜੀ, ਅਤੇ ਉਹਨਾਂ ਨੂੰ ਸਾਰੀ ਗੱਲ ਦੱਸੀ। ਉਹਨਾਂ ਨੇ ਫਿਰ ਉਹ ਰਿਪੋਰਟ ਇਨਕੁਆਇਰੀ ਕਰ ਲਿਖ ਕੇ ਦਿੱਤੀ, ਉੱਥੇ ਭੇਜੀ। ਅਤੇ ਫਿਰ ਮੈਨੂੰ ਆਹ ਕਾਗਜ਼ ਉਹਨਾਂ ਨੇ ਭੇਜਿਆ ਜੀ ਵੀ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਸਾਡੇ ਕੋਲ ਪਹੁੰਚ ਗਈ ਹੈ, ਅਤੇ ਅਸੀਂ ਅੱਗੇ ਵਿਚਾਰ ਵਾਸਤੇ ਉਹ ਰੱਖ ਲਈਏ। ਉਸ ਤੋਂ ਬਾਅਦ ਉਹਨਾਂ ਵੀ ਕੋਈ ਨਹੀਂ ਮੈਨੂੰ ਜਵਾਬ ਦਿੱਤਾ ਜੀ। ਕੁਲਦੀਪ ਸਿੰਘ ਭੰਗੜਾ ਵੀ ਪਾਉਂਦੇ ਸੀਗੇ, ਆਪਾਂ ਤਸਵੀਰਾਂ ਕੁਲਦੀਪ ਸਿੰਘ ਦੇ ਫੋਟੋ ਲਾ ਦਿਓ ਭੰਗੜੇ ਵਾਲੀ ਨਾਲ, ਇਹ ਭੰਗੜੇ ਦੀ ਫੋਟੋ ਹੈ, ਭੰਗੜਾ ਵੀ ਪਾਉਂਦਾ ਸੀ ਉਹ। ਉਹਦੇ ਨਾਲ ਦਾ ਮੁੰਡਾ ਇੱਕ ਭੰਗੜੇ ਦੇ ਥਰੂ ਬਾਹਰ ਜਾ ਕੇ ਸੈੱਟ ਹੋ ਗਿਆ ਉੱਥੇ, ਉਹਨਾਂ ਦੇ ਸਾਥੀ ਸੀ ਜਿਹੜਾ ਉਹਦਾ ਦੋ ਮੁੰਡੇ ਪਾਉਂਦੇ ਸੀ। ਉਹਦੇ ਨਾਲ ਜਿਹੜਾ ਮੁੰਡਾ ਪਾਉਂਦਾ ਸੀ ਨਾ ਭੰਗੜਾ, ਉਹ ਭੰਗੜੇ ਦੇ ਥਰੂ ਗਿਆ ਉੱਥੇ, ਅਤੇ ਉੱਥੇ ਸੈੱਟ ਹੋ ਗਿਆ ਜੀ। ਅੱਛਾ, ਜਦੋਂ ਕੁਲਦੀਪ ਸਿੰਘ ਨੂੰ ਪੁਲਿਸ ਲੱਭਦੀ ਸੀਗੀ, ਘਰ ਵੀ ਰੇਡ ਕਰਦੀ ਸੀਗੀ, ਤੁਹਾਡੀ ਕੁਲਦੀਪ ਸਿੰਘ ਦੇ ਨਾਲ ਗੱਲਬਾਤ ਹੋਈ ਹੋਊਗੀ ਉਦੋਂ, ਹੈ ਨਾ?
ਉਦੋਂ ਕੋਈ ਗੱਲਬਾਤ ਯਾਦ ਹੈ ਤੁਹਾਨੂੰ ਕੁਲਦੀਪ ਦੇ ਨਾਲ ਕੀਤੀ ਹੋਵੇ ਵੀ ਪੁੱਤ ਕਿਉਂ ਪੁਲਿਸ ਆਉਂਦੀ ਹੈ ਫੜਨ, ਜੇ ਕੋਈ ਕਿਉਂ ਹਮੇਸ਼ਾ ਇੱਕ ਬਾਪ ਨੂੰ ਹੁੰਦਾ ਵੀ ਮੇਰਾ ਪੁੱਤ ਜੇ ਕੋਈ ਗਲਤੀ ਕਰ ਲਈ ਹੈ ਜਾਂ ਨਹੀਂ ਕੀਤੀ ਜੋ ਵੀ ਸੱਚ ਹੈ, ਉਹ ਤੁਹਾਡੇ ਨਾਲ ਕਦੀ ਗੱਲਬਾਤ ਹੋਈ ਸੀ? ਗੱਲ ਇੱਦਾਂ ਜੀ, ਇਹ ਜਿਹੜੇ ਮੁੰਡੇ ਨੇ ਪੜ੍ਹਦੇ ਸੀ ਟੋਪੀ ਵਾਲੀ ਸਾਰੇ, ਇਹ ਲਾਡੀ ਵੀ ਤੇ ਸਾਰੇ ਪੜ੍ਹਦੇ ਸੀ, ਉਹ ਵੀ ਪੜ੍ਹਦਾ ਸੀ। ਤੇ ਟੋਪੀ ਦੀ ਜਿਹੜੀ ਸੀ ਨਾ ਪੈਲੀ, ਉਹ ਸਾਡੇ ਨਾਲ ਬਿਲਕੁਲ ਵਿੱਚ ਰਸਤਾ, ਤੇ ਇੱਕ ਪਾਸੇ ਸਾਡੀ ਹੈ ਤੇ ਇੱਕ ਪਾਸੇ ਉਹਦੀ ਹੈ। ਬੈਣ ਖਲੋਣ ਸੀ ਮੁੰਡਿਆਂ ਦਾ, ਤੇ ਉਹਨਾਂ ਨੂੰ ਸ਼ੱਕ ਸੀ ਵੀ ਇਹਨਾਂ ਨੂੰ ਮੁੰਡਿਆਂ ਦਾ ਪਤਾ ਹੋਵੇਗਾ ਕਿੱਥੇ ਹੁੰਦੇ ਨੇ, ਕਿਤੇ ਰੋਟੀ ਰਾਟੀ ਜਾਂ ਕਿਤੇ ਚਾਹ ਪਾਣੀ ਉਹਨਾਂ ਨੂੰ ਦੇਣ ਗਿਆ ਹੋਵੇਗਾ, ਜਾਂ ਕਿਤੇ ਪੈਟਰੋਲ ਲਿਆ ਕੇ ਦਿੱਤਾ ਹੋਵੇਗਾ, ਕੋਈ ਇਹੋ ਜਿਹੀ ਗੱਲ ਚੱਲਦੀ ਸੀ ਜੀ। ਕੁਲਦੀਪ ਸਿੰਘ ਤੇ ਇਹ ਇਲਜ਼ਾਮ ਸੀ ਵੀ ਮਦਦ ਕੀਤੀ ਹੈ ਕਿਸੇ ਤਰੀਕੇ, ਉਹ ਜਿਹੜੇ ਦੂਸਰੇ ਮੁੰਡੇ ਉਹਨਾਂ ਨੂੰ ਪਹਿਲਾਂ ਜਿਨ੍ਹਾਂ ਦੇ ਉੱਤੇ ਸ਼ੱਕ ਸੀਗਾ ਪੁਲਿਸ ਸ਼ੱਕ ਸੀ, ਇਹਨਾਂ ਨੂੰ ਸ਼ੱਕ ਇਹ ਸੀ ਵੀ ਇਹ ਕੁਲਦੀਪ ਨੂੰ ਉਹਨਾਂ ਮੁੰਡਿਆਂ ਦਾ ਪਤਾ ਹੈ, ਇਹ ਫੜਿਆ ਗਿਆ ਤੇ ਉਹ ਮੁੰਡੇ ਫੜੇ ਜਾਣਗੇ, ਇਹ ਕਰਕੇ ਬਾਤ ਤੱਕ ਕਰਦੇ। ਉਦੋਂ ਗੱਲਬਾਤ ਹੋਈ ਸੀ ਕੁਲਦੀਪ ਦੇ ਨਾਲ ਤੁਹਾਡੀ? ਉਦੋਂ ਕੁਲਦੀਪ ਕਹਿੰਦਾ ਵੀ ਹੋਊਗਾ ਵੀ ਮੈਂ ਮੈਨੂੰ ਪੁਲਿਸ ਤੁਹਾਡੇ ਨਾਲ ਗੱਲਬਾਤ ਹੁੰਦੀ ਸੀ? ਇਹ ਹੁੰਦਾ ਸੀ ਨਾ ਜੀ ਆਪਣਾ ਉਹ ਬਾਜੀਗਰ ਠੰਡਰ ਕੀ ਉਹਦਾ ਇੱਧਰ ਦਾ ਕੀ ਨਾਮ ਮੈਨੂੰ ਉਹਦਾ ਭੁੱਲ ਗਿਆ ਜੀ, ਵਾਹਵਾ ਸੀ ਨਾ, ਉਹਨੇ ਆਪਣੇ ਉੱਥੇ ਡੋਗਰੇ ਸਾਹਿਬ ਦੇ ਸਾਹਮਣੇ ਮੰਨਿਆ ਵੀ ਮੁੰਡੇ ਨੇ ਕੋਈ ਕਸੂਰ ਨਹੀਂ ਕੀਤਾ। ਮੈਂ ਸੀ ਨਾਲ, ਇੱਕ ਡੋਗਰਾ ਸਾਹਿਬ ਸੀ, ਇੱਕ ਉਹ ਜਲੰਧਰ ਦਾ ਮੁੰਡਾ ਦੱਸਦਾ, ਉੱਥੇ ਉਹਨੇ ਬੰਦਿਆਂ ਨੇ ਕਿਹਾ ਵੀ ਇਹ ਮੁੰਡੇ ਦਾ ਕੋਈ ਕਸੂਰ ਨਹੀਂ, ਇਹ ਨਜਾਇਜ਼ ਮਾਰਿਆ ਗਿਆ। ਫਿਰ ਛੱਡਿਆ ਕਿਉਂ ਨਹੀਂ ਉਦੋਂ ਉਹਨੂੰ? ਛੱਡਿਆ ਹੁਣ ਇਹ ਤੇ ਜੋ ਤੁਹਾਨੂੰ ਦੱਸਿਆ ਉਹ ਗੱਲ ਇਹੋ ਸੀ ਵੀ ਇਹ ਜੇ ਮੁੰਡਾ ਫੜਿਆ ਗਿਆ ਤੇ ਅੱਗੋਂ ਮੁੰਡੇ ਫੜੇ ਜਾਣਗੇ। ਉਹਨਾਂ ਨੂੰ ਇਹ ਆਸ ਸੀਗੀ ਕੁਲਦੀਪ? ਹਾਂ, ਵੀ ਇਹਨੂੰ ਉਹਨਾਂ ਮੁੰਡਿਆਂ ਦਾ ਟਿਕਾਣੇ ਦਾ ਪਤਾ ਵੀ ਕਿੱਥੇ ਨੇ ਉਹ ਬੈਠੇ। ਇੱਕ ਤੁਸੀਂ ਵਿਆਹ ਵਾਲੀ ਵੀ ਕੋਈ ਗੱਲ ਸੁਣਾਉਂਦੇ ਸੀਗੇ ਵੀ ਬਰਾਤ ਜਾ ਰਹੀ ਸੀ, ਪੁਲਿਸ ਨੇ ਉੱਥੇ ਹੀ ਬਰਾਤ ਦੇ ਵਿੱਚ ਹੀ ਰੇਡ ਕਰ ਦਿੱਤੀ, ਉਹ ਕੀ ਵਾਕਿਆ ਸੀਗਾ ਜਦੋਂ ਕੁਲਦੀਪ ਸਿੰਘ ਨੂੰ ਲੱਭਦੀ ਸੀ ਪੁਲਿਸ? ਜਦੋਂ ਪਹਿਲੀ ਵਾਰੀ ਗਏ ਨਾ ਜੀ ਆਪਾਂ, ਇਹਨਾਂ ਜੋ ਆਪਾਂ ਗਏ ਨਾ ਬਰਾਤ, ਅਸੀਂ ਇਹਨਾਂ ਨੂੰ ਕਿਹਾ ਸੀ ਨਾ ਵੀ ਇਹਨਾਂ ਟਾਈਮ ਦਿੱਤਾ, ਤੇ ਫਿਰ ਅਸੀਂ ਉੱਧਰ ਨੂੰ ਗਏ, ਤੇ ਫਿਰ ਬਰਾਤ ਜਿਸ ਦਿਨ ਗਏ ਸੀ ਨਾ, ਉਹ ਬਰਾਤ ਦੇ ਵਾਲੇ ਦਿਨ ਇਹਨਾਂ ਸਾਨੂੰ ਰਾਹ 'ਚ ਰੇਡ ਕਰ ਦਿੱਤੀ ਸੀ ਇਹਨਾਂ ਨੇ। ਤੁਸੀਂ ਵੀ ਉਸੇ ਬਰਾਤ 'ਚ ਸੀਗੇ, ਕੁਲਦੀਪ ਸਿੰਘ ਵੀ ਸੀਗਾ ਉੱਥੇ, ਸਾਰੇ ਉੱਥੇ ਪੁਲਿਸ ਦੀ ਰਾਹ ਦੇ ਵਿੱਚ ਹੀ ਰੇਡ ਹੋ ਜਾਂਦੀ ਹੈ? ਰਾਹ 'ਚ ਰੇਡ ਹੋ ਜਾਂਦੀ, ਰੋਕ ਲਿਆ ਇਹਨਾਂ ਜੀ। ਫਿਰ ਉੱਥੋਂ ਕਿਹਨੂੰ ਗ੍ਰਿਫਤਾਰ ਕੀਤਾ ਜਾਂਦਾ? ਉੱਥੋਂ ਇਹਨਾਂ ਨੇ ਫਿਰ ਸਾਨੂੰ ਬਰਾਤੇ ਜਾਣ ਦਿੱਤਾ ਜੀ। ਫਿਰ ਉੱਥੇ ਪਿੰਡ ਤੱਕ ਵੀ ਗਏ, ਸਾਡੇ ਮਗਰ ਗਏ, ਅਤੇ ਇਹ ਜਿਹੜਾ ਮੇਰਾ ਭਤੀਜਾ ਸੀ ਨਾ ਦਰਸ਼ਨ ਸਿੰਘ, ਉਹਨੂੰ ਇਹਨਾਂ ਨੇ ਇੱਥੋਂ ਫੜ ਲਿਆ ਸੀ, ਉਹ ਨਹੀਂ ਗਿਆ ਬਰਾਤ 'ਚ। ਉਹ ਫਿਰ ਆਪਾਂ ਤੇ ਲੁਕਦੇ ਛਿਪਦੇ ਪਤਾ ਸੀ ਬੈਠੇ ਨੇ, ਲੁਕਦੇ ਛਿਪਦੇ ਚਲੇ ਗਏ ਬਰਾਤ ਵਾਪਸ ਪਿੰਡ, ਅਤੇ ਇਹਨੂੰ ਫਿਰ ਇੱਥੇ ਸੂਏ ਠਾਣੇ ਲਿਆ ਦਰਸ਼ਨ ਸਿੰਘ। ਕੁਲਦੀਪ ਸਿੰਘ ਨੂੰ ਥਾਣੇ ਲਿਆ? ਦਰਸ਼ਨ ਤੁਹਾਡੇ ਭਤੀਜੇ ਨੂੰ ਲੈ ਆਏ। ਕੁਲਦੀਪ ਸਿੰਘ ਉੱਥੋਂ ਬਚ ਗਿਆ ਸੀ, ਉੱਥੋਂ ਨਹੀਂ? ਕੁਲਦੀਪ ਸਿੰਘ ਨੇ ਕਾਬੂ ਆਇਆ ਜੀ। ਫਿਰ ਉਸ ਮੁਕਾਬਲੇ ਵਾਲੀ ਜਿੱਥੇ ਮੁਕਾਬਲਾ ਦੱਸਦੇ ਸੀਗੇ ਪੁਲਿਸ ਨੇ ਮੁਕਾਬਲਾ ਬਣਾਇਆ, ਤੁਸੀਂ ਦੱਸ ਰਹੇ ਹੋ ਵੀ ਝੂਠਾ ਮੁਕਾਬਲਾ ਬਣਾਇਆ, ਉਸ ਜਗ੍ਹਾ 'ਤੇ ਜਾ ਕੇ ਦੇਖਿਆ, ਆਲੇ ਦੁਆਲੇ ਪਤਾ ਕੀਤਾ ਵੀ ਕੀ ਇੱਥੇ ਹੋਇਆ ਸੀਗਾ, ਕਿਵੇਂ ਗੋਲੀ ਚੱਲੀ? ਕਿਉਂਕਿ ਲੋਕਾਂ ਨੇ ਆਲੇ ਦੁਆਲੇ ਕਿਸੇ ਨੇ ਕੁਝ ਦੇਖਿਆ ਸੀ, ਕੁਝ ਕਿਸੇ ਨਾਲ ਮੁਲਾਕਾਤ ਕੋਈ ਮਿਲਿਆ? ਆਪਾਂ 'ਚ ਤੇ ਦਹਿਸ਼ਤ ਹੀ ਨਹੀਂ ਸੀ ਵੀ ਇਹ ਕਈ ਵਾਰੀ ਇਸ ਕੰਮ ਦਾ ਖਿਆਲ ਨਹੀਂ ਹੁੰਦਾ, ਬਸ ਲੋਕਾਂ ਨੇ ਦੱਸਿਆ ਵੀ ਇਹ ਗੋਲੀ ਚੱਲੀ ਹੈ ਇੱਥੇ। ਕਿੰਨੇ ਜਾਣੇ ਸੀਗੇ ਉਹ ਜਦੋਂ ਤੁਸੀਂ ਪਹਿਚਾਣਿਆ ਜਾ ਕੇ ਕੁਲਦੀਪ ਸਿੰਘ ਨੂੰ? ਤੁਸੀਂ ਤਸਵੀਰਾਂ ਦੇਖੀਆਂ ਬਾਅਦ 'ਚ ਜਦੋਂ ਪਹਿਚਾਣ ਕੀਤੀ, ਕਿੱਦਾਂ ਸੀਗਾ, ਉਹਦੀ ਹਾਲਤ ਕੀ ਸੀਗੀ? ਹਾਲਤ ਉਹਦੀ ਐਦਾ ਸਿੱਧਾ ਪਿਆ ਸੀ ਜੀ, ਉਹਦਾ ਇਸ ਤਰ੍ਹਾਂ, ਇਹ ਬਾਅਦ ਉਹਦੇ ਖੁੱਲ੍ਹੇ ਸੀ, ਇੱਥੇ ਦਾਗ ਦਾ ਨਿਸ਼ਾਨ ਸੀ ਛਾਤੀ 'ਚ। ਇੱਕ ਮੇਰਾ ਖੱਬੀ ਅੱਖ ਸੀ ਜਿਹੜੀ, ਇਹ ਅੱਖ 'ਤੇ ਸੱਟ ਲੱਗੀ ਹੋਈ, ਗੋਲੀ ਵੱਜੀ ਸੀ? ਇੱਥੇ ਦਾਗ ਸੀ, ਇੱਥੇ ਪਿਆ। ਇਹ ਹੁਣ ਸਮਝੋ ਵੀ ਦੇਖ ਲਓ ਵੀ ਗੋਲੀ ਵੱਜੀ ਹੈ ਜਾਂ ਕੀ ਕੀਤਾ, ਇੱਥੇ ਦਾਗ ਸੀਗਾ, ਨਿਸ਼ਾਨ ਸੀ ਖੂਨ ਦਾ। ਜਿਸ ਸੰਸਕਾਰ ਜਿੱਥੇ ਕੀਤਾ ਸੀਗਾ ਉੱਥੋਂ ਫਿਰ ਤੁਸੀਂ ਕਿਵੇਂ ਰਸੀਦ ਲਈ? ਤੁਹਾਡੇ ਕੋਲ ਪੈਸੇ ਵੀ ਲੈ ਗਏ ਹੈ ਨਾ ਸੰਸਕਾਰ ਕਰਨ ਦੇ, ਜੋ ਉੱਥੇ ਖਰਚਾ ਆਇਆ ਸੀ? ਮੈਂ ਉਦੋਂ ਇੱਥੇ ਨਹੀਂ ਸੀ, ਤੇ ਇਹ ਪਿੰਡ ਦੇ ਮੁੰਡੇ ਭੱਜ ਦੌੜ ਕੇ ਲਿਆ ਜੀ, ਇਹ ਸਰਟੀਫਿਕੇਟ ਵੀ, ਫੀਸ ਵੀ ਉਹਨਾਂ ਨੇ ਕੋਲ ਦਿੱਤੀ, ਬਾਅਦ 'ਚ ਅਸੀਂ ਦਿੱਤੀ ਮੁੰਡੇ। ਅਤੇ ਇਹ ਉਹ ਜਿੱਥੇ ਕੋਈ ਰੈਸਟ ਹਾਊਸ ਹੈ ਨਾ ਆਪਣਾ BPW ਦਾ, ਉੱਧਰ ਨੂੰ ਕਰੀ ਜਾਂਦੀ ਹੈ, ਉੱਥੇ ਕੋਈ ਕਰਕੇ ਕੋਈ ਛੋਟਾ ਜਿਹਾ, ਉੱਥੇ ਇਹਨਾਂ ਨੇ ਸੰਸਕਾਰ ਕੀਤਾ ਉਹਦਾ। ਉੱਥੋਂ ਫਿਰ ਸੰਸਕਾਰ ਦੀ ਰਸੀਦ ਮਿਲ ਗਈ? ਰਸੀਦ ਤਾਂ ਕਮੇਟੀ 'ਚੋਂ ਮਿਲੀ ਨਾ ਜੀ, ਉੱਥੇ ਇਹਨਾਂ ਸੰਸਕਾਰ, ਉੱਥੋਂ ਫਿਰ ਅਸੀਂ ਉਹਦੀਆਂ ਅਸਥੀਆਂ ਜਿਹੜੀਆਂ ਨੇ ਉਹ ਲਈਆਂ ਜਾ ਕੇ ਦੂਜੇ ਦਿਨ ਜਾ ਕੇ ਤੀਜੇ ਦਿਨ। ਅਸਥੀਆਂ ਫਿਰ ਉਸ ਸ਼ਮਸ਼ਾਨ ਘਾਟ 'ਚੋਂ ਤੁਹਾਨੂੰ ਮਿਲ ਗਈਆਂ ਸੀਗੀਆਂ। ਅਤੇ
ਜਦੋਂ ਤਸਵੀਰਾਂ ਤੁਸੀਂ ਦੇਖੀਆਂ ਉਦੋਂ ਪਹਿਲੇ ਸੱਟੇ ਪਛਾਣ ਆ ਗਈ ਸੀਗੀ, ਉਹ ਇਦਾਂ ਦਾ ਨਹੀਂ ਸੀਗਾ ਵੀ ਜਿੱਦਾਂ ਪੁਲਿਸ ਨੇ ਅਣਪਛਾਤੇ ਕਹਿ ਕੇ? ਬੜਾ ਪਿਆਰਾ ਸੀ ਉਹ, ਸਾਰੇ ਕਬੱਡੀ ਖੇਡਦਾ ਸੀ, ਸਾਰੇ ਇਲਾਕੇ 'ਚ ਪਤਾ ਸੀ ਉਹਨੂੰ, ਸਾਰੇ ਜਾਣਦੇ ਸੀ ਉਹਨੂੰ। ਜਿਹੜਾ ਮੁੰਡਾ ਇੱਥੇ ਜਲੋਟੇ ਦਾ ਇੱਕ ਮੁੰਡਾ ਬੜਾ ਪਲੇਅਰ, ਬੜਾ ਟੌਪ ਦਾ ਪਲੇਅਰ ਸੀ, 6 ਵਾਰੀ ਜੱਫਾ ਲਾਇਆ ਇਹਨੇ ਉਹਨੂੰ, ਸਟੋਪਰ ਸੀ, 6 ਵਾਰੀ ਉਹਨੇ ਨਹੀਂ ਜਾਣ ਦਿੱਤਾ ਉਹਨੂੰ। ਤੁਹਾਡੇ ਨਾਲ ਵੀ ਪੁਲਿਸ ਮਾਰ ਕੁਟਾਈ ਕਰਦੀ ਸੀਗੀ, ਕੀ ਮਾਰਦੀ ਸੀ ਉਦੋਂ ਇਹ ਨਹੀਂ ਦੇਖਿਆ ਜਾਂਦਾ ਸੀਗਾ? ਪਹਿਲੀ ਵਾਰੀ ਜਦੋਂ ਖੜਿਆ ਉਦੋਂ ਮਾਰੇ ਮੂਰੇ, ਬਾਅਦ 'ਚ ਸਰ ਕੀਤਾ ਕੋਈ ਵੀ ਨਾ, ਫਿਰ ਉਹਨੂੰ ਸਾਨੂੰ ਨਾਲ ਖੜਿਆ ਜੀ, ਪੁੱਛ ਕੇ ਘਰ ਆ ਕੇ ਫੇਰ ਮਾਰ ਕੇ ਪੁੱਛ ਕੇ ਚਲੇ ਜਾਂਦੇ ਨੇ। ਜਦੋਂ ਕੁਲਦੀਪ ਸਿੰਘ ਥਾਣੇ 'ਚ ਸੀਗਾ, ਤੁਸੀਂ ਪੰਚਾਇਤ ਲੈ ਕੇ ਜਾਂ ਹੋਰ ਮੋਤਵਾਰਾਂ ਨੂੰ ਲੈ ਕੇ ਥਾਣੇ ਗਏ ਸੀ, ਉਹ ਛੁਡਵਾਉਣ ਦੀ ਕੋਸ਼ਿਸ਼ ਕੀਤੀ ਉਦੋਂ ਵੀ ਕੁਲਦੀਪ ਸਿੰਘ ਨੂੰ ਛੱਡ ਦਿੱਤਾ ਜਾਵੇ? 8:30 ਵਜੇ ਤੇ ਆਏ ਉਹ, ਫਿਰ ਕਿਹੜੇ ਵੇਲੇ ਥਾਣੇ ਜਾਂਦੇ ਜੀ? 8:30 ਰਾਤ ਦੇ 8:30? 8:30 ਵਜੇ। ਤੇ ਉਸ ਵੇਲੇ ਕਿਹੜਾ ਕੋਈ ਵੀ ਨਾ ਤੁਰਦਾ, ਉਦੋਂ ਦਹਿਸ਼ਤ ਹੀ ਨਹੀਂ ਸੀ। ਮਾਹੌਲ ਕਿੱਦਾਂ ਦਾ ਸੀ, ਆਲੇ ਦੁਆਲੇ ਕਿੱਦਾਂ ਸੀਗਾ? ਲੋਕ ਆਰਾਮ ਨਾਲ ਘਰੋਂ ਬਾਹਰ ਜਾ ਸਕਦੇ ਸੀ ਉਦੋਂ, ਜਾਂ ਹਾਲਾਤ ਮਾੜੇ ਸੀ? ਥਾਣੇ ਵਾਲੇ ਤਾਂ ਕੋਈ ਮੂੰਹ ਨਹੀਂ ਕਰਦਾ, ਸਰਪੰਚ ਦੇ ਵੀ ਤਰਲੇ ਕੱਢ ਕੇ ਖੜੀਦਾ ਸੀ ਨਾਲ, ਸਰਪੰਚਾਂ ਨੂੰ ਵੀ ਗਾਲਾਂ ਕੱਢਦੇ, ਕਈਆਂ ਵਿਚਾਰਿਆਂ ਨੂੰ ਬੇਇੱਜ਼ਤੀ ਵੀ ਕੀਤੀ ਸਰਪੰਚਾਂ ਦੀ ਇਹਨਾਂ ਨੇ, ਪੁਲਿਸ ਵਾਲੇ। SHO ਮੋਹਨ ਸਿੰਘ ਦਾ ਨਾਂ ਲੈਂਦੇ ਹੋ ਤੁਸੀਂ, ਹੋਰ ਕੌਣ ਸੀਗੇ, ਯਾਦ ਹੈ ਤਾਂ? ਕਾਊਂਟਰ ਉਹਨੇ ਕੀਤਾ, ਮੋਹਨ ਸਿੰਘ ਨੇ, ਉਹਦੇ ਨਾਲ ਪਤਾ ਨਹੀਂ ਕਿੰਨੇ ਬੰਦੇ ਸੀ, ਇਹ ਨਹੀਂ ਉਹਨਾਂ ਨੂੰ ਪਤਾ। ਉਹਨੇ FIR 'ਚ ਆਪਣਾ ਬਿਆਨ ਕੀਤਾ, FIR 'ਚ ਮੌਕੇ 'ਤੇ ਮੈਂ ਸੀ। ਫਿਰ ਇਹ ਜਿਹੜੀ FIR ਸੀਗੀ, ਇਹਦੇ ਵੀ ਹਫ਼ਤੇ ਕੇਸ ਲਾਇਆ ਕਦੀ ਅਦਾਲਤ ਦੇ ਵਿੱਚ? ਤੁਸੀਂ ਸਿੱਧਾ ਕੇਸ ਲਾਇਆ ਜਾਂ ਮਤਲਬ ਕੋਸ਼ਿਸ਼ ਕੀਤੀ ਕਿਸੇ ਦੇ ਥਰੂ ਕੇਸ ਲਗਵਾਉਣ? ਮੈਂ ਕਿਸੇ ਦੇ ਥਰੂ ਲਈ ਜੀ, ਐਵੇਂ ਨਹੀਂ। ਉਹ ਅਦਾਲਤ 'ਚ ਮੈਂ ਤਾਂ ਨਹੀਂ ਕੀਤਾ ਵੀ ਉਹ ਮੈਂ ਪੋਸਟਮਾਰਟਮ ਦੀ ਕਾਪੀ ਲਈ, ਸੋ ਮੈਨੂੰ ਨਹੀਂ ਮਿਲੀ, ਅਤੇ ਮੈਨੂੰ ਸੀ ਵੀ ਇਹ ਵੀ ਨਹੀਂ ਮਿਲਣੀ, ਇਹ ਮੈਂ ਕਿਸੇ ਦੇ ਥਰੂ ਹੀ ਲਈ ਕਾਪੀ। ਜਿਵੇਂ ਹੁਣ ਇੱਕ ਮੁਲਤਾਨੀ ਦਾ ਕੇਸ ਚੱਲ ਰਿਹਾ, ਉਹਦੇ ਵਿੱਚ ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ, ਉਹਨਾਂ ਦੀ ਅਗਾਊਂ ਜ਼ਮਾਨਤ ਜਿਹੜੀ ਹੈ ਉਹ ਵੀ ਖਾਰਜ ਕਰ ਦਿੱਤੀ ਗਈ ਹੈ। ਲੱਗਦਾ ਵੀ ਇੱਦਾਂ ਦੇ ਕੇਸ ਬਹੁਤ ਸਾਰੇ ਪੰਜਾਬ ਦੇ ਵਿੱਚ ਹੈਗੇ ਨੇ ਜਿੱਥੇ ਨੌਜਵਾਨਾਂ ਦੇ ਜੀ 100 'ਚੋਂ 2% ਕਾਊਂਟਰ ਹੋਏਗੇ, ਬਾਕੀ ਇਹਨਾਂ ਬੱਚੇ ਫੜ ਕੇ ਮਾਰੇ ਸਾਰੇ। 100 'ਚੋਂ 2 ਬੱਚੇ ਕਾਊਂਟਰ ਹੋਏ ਹੋਣਗੇ, ਬਾਕੀ ਜਿੰਨੇ ਇਹਨਾਂ ਨੇ ਘਰੋਂ ਖੜ ਕੇ ਮਾਰਿਆ ਜੀ, ਫੜ ਕੇ ਕਾਊਂਟਰ ਕੀਤੇ ਜੀ। ਕੁਲਦੀਪ ਸਿੰਘ ਨੂੰ ਜਿਸ ਤਰੀਕੇ ਦੇ ਨਾਲ ਘਰੋਂ ਲੈ ਕੇ ਗਏ ਸੀ, ਪਰ ਜਿਹੜੀ FIR ਹੈ ਉਹਦੇ ਵਿੱਚ ਕਹਿੰਦੇ ਵੀ ਰਾਹ 'ਚ ਆਉਂਦਿਆਂ ਨੂੰ ਰੋਕਿਆ ਸੀ, ਇਸ਼ਾਰਾ ਕੀਤਾ ਸੀ, ਨਹੀਂ ਰੁਕੇ, ਫਿਰ ਗੋਲੀਬਾਰੀ ਚੱਲੀ ਉੱਥੇ। ਕਹਾਣੀ ਭਾਈ ਨਾ, ਜੇ ਗੋਲੀ ਚੱਲੀ ਤਾਂ ਉਹਦਾ ਅਸਲਾ ਜਿਹੜਾ ਜਾਂ ਉਹਦੀ ਕੋਈ ਜਿਹੜੀ ਹੈ ਉਹ ਵਿਖਾਣ। ਫਿਰ ਇਹਨਾਂ ਨੇ ਰਿਕਾਰਡ ਹੀ ਸਾਰਾ ਸਾੜ ਦਿੱਤਾ ਜੀ, ਅੱਗ ਲਾ ਕੇ ਸਾੜਿਆ ਰਿਕਾਰਡ, ਜਿੰਨੇ ਹੁਸ਼ਿਆਰਪੁਰ ਦਾ ਰਿਕਾਰਡ ਸਾਰਾ ਸਾੜ ਦਿੱਤਾ ਇਹਨਾਂ ਨੇ। ਉਹ ਕਦੋਂ ਦੀ ਗੱਲ ਹੈ? ਇਹ ਮੇਰੇ ਖਿਆਲ ਇਹ ਬਾਵਾ ਚਿਰ ਦੀ ਗੱਲ ਹੈ ਜੀ। ਰਿਕਾਰਡ ਸਾਰਾ ਜਿਹੜਾ ਉਸ ਸਮੇਂ ਦਾ ਉਹ ਸਾਰਾ ਸਭ ਸਾੜ ਦਿੱਤਾ। ਦੂਸਰੇ ਬੇਟਿਆਂ ਨੂੰ ਵੀ ਤੰਗ ਕਰਦੀ ਸੀ ਪੁਲਿਸ ਉਦੋਂ, ਉਹਨਾਂ ਨੂੰ ਫੜਦੀ ਸੀਗੀ ਉਹਨਾਂ ਨੂੰ? ਉਹ ਉਦੋਂ ਹੀ ਜਦੋਂ ਇਹ ਖੜਿਆ ਨਾ, ਉਹਦੇ ਹੁੰਦਿਆਂ ਹੀ, ਉਦੋਂ ਬਾਅਦ ਰੇਡ ਕਰਦੇ ਰਹੇ, ਪੁੱਛਦੇ ਰਹੇ ਕਿੱਥੇ ਆ, ਕਿੱਥੇ ਗਏ, ਕੀ ਕਰਦੇ ਆ, ਅਤੇ ਉਸ ਤੋਂ ਬਾਅਦ ਉਹ ਕੋਈ ਬਸ। SHO ਮੋਹਨ ਸਿੰਘ ਨਾਲ ਕਦੀ ਸਾਹਮਣਾ ਹੋਇਆ, ਉਹਦੇ ਨਾਲ ਗੱਲ ਹੋਈ ਵੀ ਜੋ ਤੂੰ ਕੀਤਾ? ਜਿੱਦਣ 'ਤੇ ਆਪਾਂ ਲੈ ਗਏ ਨਾ, ਜਿੱਦਣ ਪਛਾਣ ਕੀਤੀ, ਉਸ ਦਿਨ ਸਾਹਮਣਾ ਆਇਆ। ਉਸ ਦਿਨ ਵੀ ਕੋਈ ਬੰਦਾ ਸੀ ਨਾਲ ਮੇਰੇ, ਅਤੇ ਫਿਰ ਜਿੰਨੀ ਵਾਰੀ ਆ ਡੈਥ ਸਰਟੀਫਿਕੇਟ ਲਿਆ ਨਾ, ਉਸ ਦਿਨ ਵੀ ਹੋਈ, ਉਦੋਂ ਬਾਅਦ 'ਚ ਨਹੀਂ ਕੋਈ। ਕਦੇ ਨਹੀਂ ਮਿਲੇ ਉਹ ਦੁਬਾਰਾ, ਕਦੀ ਮੁਲਾਕਾਤ ਹੋਈ ਵੀ ਨਹੀਂ ਉਹਨਾਂ ਨਾਲ? ਨਹੀਂ ਜੀ। ਕਿਹਨੂੰ ਦੋਸ਼ੀ ਮੰਨਦੇ ਹੋ, ਜਿਸ ਤਰੀਕੇ ਨਾਲ ਤੁਸੀਂ ਦੱਸਦੇ ਹੋ ਵੀ ਪੁੱਤ ਦਾ ਝੂਠਾ ਐਨਕਾਊਂਟਰ ਕੀਤਾ, ਮੁਕਾਬਲਾ ਬਣਾਇਆ, ਕਿਹਨੂੰ ਦੋਸ਼ੀ ਮੰਨਦੇ ਹੋ? ਮੋਹਨ ਸਿੰਘ ਨੂੰ ਕਰਨਾ ਜੀ, SHO ਨੂੰ, ਕਿਉਂ ਉਹਨੇ ਖੜਿਆ, ਉਹਦੀ ਅਗਵਾਈ 'ਚ ਗਿਆ, ਉਹਦੀ ਅਗਵਾਈ 'ਚ ਮਾਰਿਆ ਗਿਆ ਜੀ। ਹੋਰ ਵੀ ਮੁੰਡਾ ਸੀਗਾ ਨਾਲ ਕੋਈ ਕੁਲਦੀਪ ਸਿੰਘ ਦੇ? ਉਸ ਵੇਲੇ ਕੋਈ ਨਹੀਂ ਸੀ, ਇਕੱਲੇ ਕੁਲਦੀਪ ਸਿੰਘ ਦਾ ਐਨਕਾਊਂਟਰ? ਉਹਦੀ ਇਕੱਲਾ ਜੀ। ਹੁਣ ਅੱਗੇ ਆਸ ਹੈ ਵੀ ਇਨਸਾਫ ਮਿਲੂਗਾ? ਕੋਈ ਆਸ ਨਹੀਂ ਜੀ, ਕੋਈ ਆਸ ਨਹੀਂ। 100 ਚੋਂ 105-10% ਵੀ ਆਸ ਨਹੀਂ ਜੀ। ਇਹ ਸਿਆਸੀ ਬੰਦੇ ਜਿੰਨੇ ਆਪਣੇ ਵੋਟ ਬੈਂਕ ਨੂੰ ਜਾਣਦੇ ਆ, ਬਾਦਲ ਸਾਹਿਬ ਨੇ ਕਈ ਵਾਰੀ ਬਿਆਨ ਦਿੱਤਾ, 8-8 ਲੱਖ 3-4 ਵਾਰੀ ਅਨਾਊਂਸ ਕੀਤਾ, ਕਿਸੇ ਨੂੰ ਦਿੱਤਾ ਹੀ ਨਹੀਂ। ਕਿਸੇ ਮੁੰਡੇ ਨੂੰ ਪੈਨਸ਼ਨ ਕਿ ਇਹਨਾਂ ਨੇ ਕੋਈ ਸਹਾਇਤਾ ਕਿਸੇ ਪਰਿਵਾਰ ਦੀ ਨਹੀਂ ਕੀਤੀ। ਉਹ ਤਾਂ ਛੱਡੋ, ਆਪਣੀ ਸ਼੍ਰੋਮਣੀ ਕਮੇਟੀ ਹੈ, ਉਹਨੇ ਨਹੀਂ ਕਦੇ ਪੁੱਛਿਆ ਵੀ ਤੁਹਾਡੇ ਕੀ ਹਾਲ ਹੈ। ਸਿੱਖਾਂ ਦੀ ਸ਼੍ਰੋਮਣੀ ਕਮੇਟੀ ਹੈ,
ਕਦੇ ਕੋਈ ਨੁਮਾਇੰਦਾ ਕਦੇ ਕੋਈ ਅਧਿਕਾਰੀ ਨਹੀਂ ਪਹੁੰਚਾ। ਸਿਰਫ ਇੱਕ ਵਾਰੀ ਮਾਨ ਸਾਹਿਬ ਨੇ ਬਲਾਚੌਰ ਖੜ ਕੇ ਉੱਥੇ ਸਾਨੂੰ ਉਹ ਇੱਕ ਚਿੰਨ੍ਹ ਦਿੱਤੇ ਸੀ, ਉਹ ਵੀ ਚਿੰਨ੍ਹ ਦੇ ਕੇ ਤੇ ਬਸ ਉਸ ਤੋਂ ਬਾਅਦ ਪਰ ਚਿੰਨ੍ਹਾਂ ਦੇ ਨਾਲ ਰੋਜ਼ੀ ਰੋਟੀ ਨਹੀਂ ਚੱਲ ਸਕਦੀ ਇਨਸਾਨ ਦੀ। ਹਾਂਜੀ ਰੋਜ਼ੀ ਰੋਟੀ ਤਾਂ ਕਮਾਉਣੀ ਔਖੀ ਹੈ। ਜਿਸ ਤਰੀਕੇ ਨਾਲ ਤੁਸੀਂ ਦੱਸਦੇ ਹੋ ਕਿ ਉਦੋਂ ਹਾਲਾਤ ਘਰ ਦੇ ਬਿਲਕੁਲ ਖਰਾਬ ਹੋ ਗਏ ਸੀਗੇ, ਕੋਈ ਕੰਮ ਨਹੀਂ ਚੱਲਦਾ ਸੀਗਾ, ਫਸਲ ਤੇ ਮਤਲਬ ਘਰ ਵੜੇ ਹੀ ਨਹੀਂ ਨਾ, ਕਦੀ ਉੱਥੇ ਦਿਨੇ ਉੱਧਰ ਬਹਿ ਜਾ, ਲਾਮੇ ਹੋ ਜਾ, ਰਾਤ ਨੂੰ ਉੱਥੇ ਚੱਲ ਜਾ, ਇਹ ਹਾਲ ਹੈ ਨਹੀਂ। ਉਹਦਾ ਕੁਲਦੀਪ ਸਿੰਘ ਨੂੰ ਕਬੱਡੀ ਤੋਂ ਭੰਗੜੇ ਤੋਂ ਇਲਾਵਾ ਕੀ ਸ਼ੌਂਕ ਸੀ, ਕੀ ਬਣਨਾ ਚਾਹੁੰਦਾ ਸੀ ਜ਼ਿੰਦਗੀ ਦੇ ਵਿੱਚ? ਇਹੋ ਜਿਹੀ ਗੱਲ ਨਹੀਂ ਕਦੀ ਹੋਈ ਜੀ। ਕਬੱਡੀ ਤਾਂ ਜ਼ਰੂਰ ਸ਼ੌਂਕ ਸੀ ਉਹਨੂੰ ਜੀ, ਇਹ ਭੰਗੜੇ ਦਾ ਵੀ ਸ਼ੌਂਕ, ਦੋਵਾਂ ਚੀਜ਼ਾਂ ਦਾ ਸ਼ੌਂਕ ਸੀ ਉਹਨੇ। ਮਤਲਬ ਇੱਕ ਤਾਂ ਕਹਿੰਦੇ ਨਾ ਆਮ ਪਿੰਡਾਂ 'ਚ ਪਾਉਂਦੇ ਆ, ਉਹਨੇ ਕੋਚ ਤੋਂ ਟ੍ਰੇਨਿੰਗ ਲਈ, ਇਹਨਾਂ ਦੋਵੇਂ ਮੁੰਡਿਆਂ ਨੇ ਕੋਚ ਤੋਂ ਟ੍ਰੇਨਿੰਗ ਲਈ। ਇਹਦੇ ਨਾਲ ਦਾ ਮੁੰਡਾ ਬਾਹਰ ਚਲ ਗਿਆ, ਉੱਥੇ ਉਹ ਸੈੱਟ ਹੋ ਗਿਆ। ਅਤੇ ਇਹਦਾ ਉਹ ਕੁਲਦੀਪ ਸਿੰਘ ਕਿਹੜੀ ਕਲਾਸ 'ਚ ਪੜ੍ਹਦੇ ਸੀਗੇ? ਪੜ੍ਹ ਕੇ ਹਟ ਕੇ? ਹਟ ਗਏ, ਉਦੋਂ ਪੜ੍ਹਦਾ ਨਹੀਂ, ਉਦੋਂ ਪੜ੍ਹ ਕੇ ਚ ਨੇਲੀ ਸੀ ਜੀ, ਐਡਾ ਹੁਸ਼ਿਆਰ ਨਹੀਂ ਉਹਦਾ ਗੁਰਸਿੱਖੀ ਵਾਲੇ ਪਾਸੇ। ਸਿੱਖੀ ਵਾਲਾ। ਕੀ ਮੰਗ ਕਰਦੇ ਹੋ ਸਰਕਾਰ ਤੋਂ, ਪ੍ਰਸ਼ਾਸਨ ਤੋਂ? ਕਿਉਂਕਿ ਇੰਨਾ ਸਮਾਂ ਤੁਸੀਂ ਵੀ ਜਦੋਜਹਿਦ ਕੀਤੀ ਹੈ, ਅੱਜ ਵੀ ਕਿਤੇ ਨਾ ਕਿਤੇ ਇੱਕ ਆਸ ਦੀ ਕਿਰਨ ਤੁਹਾਨੂੰ ਜ਼ਰੂਰ ਹੈ ਵੀ ਮੈਂ ਕੋਸ਼ਿਸ਼ ਕਰਦਾ ਹਾਂ, ਮੇਰੀ ਕੋਸ਼ਿਸ਼ ਨੂੰ ਚਾਹੇ ਅਜੇ ਤੱਕ ਬੂਰ ਨਹੀਂ ਪਿਆ, ਪਰ ਸਾਹਮਣੇ ਇੰਨੀ ਕੋਸ਼ਿਸ਼ ਕੀਤੀ ਹੈ, ਇੰਨਿਆਂ ਨੂੰ ਮਿਲਿਆ ਹੈ ਜੀ। ਇੱਕ ਅੱਧੇ ਸਿਆਸੀ ਬੰਦੇ ਨੂੰ ਵੀ ਕੋਸ਼ਿਸ਼ ਕੀਤੀ, ਇੱਕ ਨਹੀਂ ਕੋਲ ਬਣੀ। ਹੁਣ ਮੈਂ ਤੁਸੀਂ ਵੇਖ ਲਓ ਭਾਈ, ਇੰਨੀ ਉਮਰ ਹੈ, ਮੈਂ ਅਜੇ ਵੀ ਖੰਡ ਪਾਠ ਕਰਕੇ ਆਪਣਾ ਗੁਜ਼ਾਰਾ ਕਰ। ਤੁਸੀਂ ਇੰਨੀ ਉਮਰ 75-76 ਸਾਲ ਮੈਨੂੰ ਲੱਗਦਾ ਉਮਰ ਹੋਊਗੀ ਤੁਹਾਡੀ, ਹੁਣ ਵੀ ਗ੍ਰੰਥੀ ਸਿੰਘ ਦੇ ਵਜੋਂ ਡਿਊਟੀਆਂ ਨਿਭਾ। ਇਹ ਗੁਰਦੁਆਰੇ ਨਹੀਂ ਬੈਠਾ, ਉਂਝ ਖੰਡ ਪਾਠ ਜੋ ਕਿਸੇ ਘਰ ਹੁੰਦੇ ਨਾ, ਉਹ ਕਰਕੇ ਆਪਾਂ ਗੁਜ਼ਾਰਾ ਕਰ ਰਹੇ ਹਾਂ। ਫਿਰ ਇੰਨੀ ਉਮਰ ਦੇ ਵਿੱਚ ਬੈਠਣਾ, 2-2 ਘੰਟੇ ਦੀ ਰੋਲ ਲਾਉਣੀ, ਸਰੀਰ ਇਜਾਜ਼ਤ ਦਿੰਦਾ ਹੈ? ਰੋਲ ਜੀ ਕਈ ਵਾਰੀ 4 ਘੰਟੇ ਵੀ ਲੱਗ ਜਾਂਦੇ ਜੀ। ਕੋਈ ਗ੍ਰੰਥੀ ਨਹੀਂ ਆਇਆ, ਤੁਸੀਂ ਉੱਠ ਕੇ ਬਹਿਣਾ ਨਹੀਂ। ਮੈਨੂੰ ਕਈ ਵਾਰੀ ਲੱਗੀਆਂ ਜੀ 4 ਘੰਟੇ ਲੱਗੀ। ਤਕਲੀਫ ਨਹੀਂ ਹੁੰਦੀ? ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੱਸਦੇ ਹੋ, ਪੁਲਿਸ ਨੇ ਤਸ਼ੱਦਦ ਵੀ ਢਾਇਆ, ਸਰੀਰ ਦੇ ਵਿੱਚ ਜਾਨ ਵੀ ਉਨੀ ਨਹੀਂ ਰਹੀ, ਬੁਢੇਪਾ ਵੀ ਆ ਗਿਆ, ਉਮਰ ਵੀ ਬੜੀ। 6-6 ਘੰਟੇ ਵੀ ਚੌਂਕੜਾ ਮਾਰ ਲੈਂਦਾ ਹਾਂ ਜੀ, ਕਦੀ ਹਿਲਿਆ ਨਹੀਂ ਹਾਂ। ਇਹ ਸਮਾਗਮ ਜਾਣਾ, ਜਦੋਂ ਸ਼ੁਰੂ ਹੋਣਾ, ਜਾਣਾ ਬਹਿਣਾ, ਚੌਂਕੜੇ 'ਚ ਬੈਠੇ ਰਹਿਣਾ, ਅਤੇ ਜਦੋਂ ਸਮਾਪਤ ਹੋਣਾ ਉਦੋਂ ਹੀ ਚੌਂਕੜਾ ਖੋਲ੍ਹਣਾ ਜੀ। ਅਤੇ ਹੁਣ 2 ਘੰਟੇ ਬੜੀ ਮੁਸ਼ਕਿਲ ਨਾਲ ਵੱਜਦਾ। ਮੈਂ ਭਾਵੇਂ ਔਖਾ ਵੀ ਹੋਵਾਂ, ਚੌਂਕੜਾ ਅਜੇ ਵੀ ਜਦੋਂ ਡਿਊਟੀ ਦੇਣਾ, ਮੈਂ ਚੌਂਕੜਾ ਨਹੀਂ ਕਦੇ ਖੋਲ੍ਹਿਆ। ਲੱਗਦਾ ਵੀ ਅੱਜ ਉਹ ਵੀ ਕੁਲਦੀਪ ਸਿੰਘ ਵੀ ਜਿਉਂਦਾ ਹੁੰਦਾ, ਇਹ ਹਾਲਾਤ ਨਾ ਬਣੇ ਹੁੰਦੇ, ਉਹ ਵੀ ਸਹਾਰਾ ਬਣਦਾ ਦੂਸਰੇ ਪੁੱਤਾਂ ਵਾਂਗ, ਉਹ ਵੀ ਮੇਰੀ ਬੁਢੇਪੇ ਦੇ ਵਿੱਚ ਮੇਰੇ ਨਾਲ ਹੁੰਦਾ, ਹੈ ਨਾ? ਜੋ ਮੈਂ ਤਕਲੀਫਾਂ ਝੱਲ ਰਿਹਾ, ਉਹ ਮੇਰੀ ਮਦਦ ਕਰ। ਦੇਖੋ ਜਿਵੇਂ ਕਬੱਡੀ ਦਾ ਪਲੇਅਰ ਸੀ, ਉਹਨੇ ਕਿਤੇ ਨਾ ਕਿਤੇ ਸੈੱਟ ਹੋ ਜਾਣੀ। ਭੰਗੜੇ ਦਾ ਸੀ ਅਤੇ ਉਹਨੇ ਸਾਰੀ ਉਮਰ ਕਮਾਉਣਾ ਹੀ ਸੀ ਜੀ। 18 ਸਾਲ ਦਾ ਬੱਚਾ ਸੀ ਅਜੇ, ਅਤੇ ਆਹ ਤਾਂ ਹੁੰਦੀ ਹੈ ਮਾਂ ਪਿਓ ਨੂੰ। ਆਸ ਤਾਂ ਸੀਗੀ ਉਸ ਤੋਂ ਵੀ, ਜੇ ਦੂਸਰੇ ਪੁੱਤ ਬੁਢੇਪੇ ਦੇ ਵਿੱਚ ਸਹਾਰਾ ਬਣ ਰਹੇ ਤਾਂ ਕੁਲਦੀਪ ਸਿੰਘ ਵੀ ਸਹਾਰਾ, ਜਿਉਂਦਾ ਹੁੰਦਾ ਤਾਂ ਉਹ ਵੀ ਸਹਾਰਾ ਬਣ। ਲਾਇਕ ਬੱਚਾ ਸੀ, ਕੰਮ ਕਰਨਾ ਉਹਨੇ। ਇਹਨਾਂ ਮੁੰਡਿਆਂ ਨੂੰ ਪਹਿਲਾਂ ਜਿਹੜਾ ਵੀ ਕੰਮ ਕਰਨਾ ਕਰਕੇ ਵਿਹਲੇ ਹੋ ਜਾਣਾ। ਹਸੀਲਾ ਬੜਾ ਸੀ। ਯਾਦ ਆਉਂਦੀ ਹੈ ਉਹ ਸਮਾਂ, ਯਾਦ ਆਉਂਦਾ ਹੈ ਉਹ ਜਿਸ ਤਰੀਕੇ ਦੇ ਡਰਾਉਣੇ ਹਾਲਾਤ ਤੁਸੀਂ ਦੱਸਦੇ ਹੋ, ਰੂਹ ਕੰਬਦੀ ਹੋਊਗੀ ਉਹ ਜਿਹੜੇ ਹਾਲਾਤਾਂ ਨੂੰ ਯਾਦ ਕਰਕੇ ਅੱਜ ਵੀ। ਯਾਦ ਹੀ ਪੁੱਛ ਦਿਓ, ਅਜੇ ਵੀ ਫੋਟੋ ਚੱਲਾ ਕਰ ਜਾ ਕੇ ਘਰ ਬਟਵਾ ਪਿਓ ਦੀ ਫੋਟੋ ਮੇਰੇ ਬਟਵੇ 'ਚ। ਕਈ ਵਾਰ ਬਾਹਰ ਜਦੋਂ ਪੁੱਛਦੇ ਫਿਰ ਕਿੱਦਾਂ ਪਿਓ ਨੂੰ ਫੋਟੋ ਦਿਖਾਈ ਨਹੀਂ ਜਾਗਾ। ਯਾਦ ਤਾਂ ਤੁਹਾਨੂੰ ਬੱਚਿਆਂ ਨੂੰ ਤੁਹਾਨੂੰ ਪਤਾ ਜੀ, ਹਰ ਇੱਕ ਨੂੰ ਮਾਂ ਪਿਓ ਨੂੰ ਆਸ ਵੀ ਹੁੰਦੀ ਹਰ ਇੱਕ ਨੂੰ। ਬੜੀਆਂ ਸੰਸਥਾਵਾਂ ਨੇ ਕਹਿੰਦੀਆਂ ਆਪਾਂ ਸਿੱਖ ਪਰਿਵਾਰਾਂ ਦੀ ਮਦਦ ਕਰਦੀਆਂ, ਕਦੇ ਕੋਈ ਬੋੜਿਆ, ਕਦੀ ਆਇਆ ਕੋਈ? ਮੈਂ ਤੁਹਾਨੂੰ ਦੱਸਿਆ ਜੀ, ਖਾਲੜਾ ਸਾਹਿਬ ਜੀ ਇੱਕ ਆਏ ਤੁਹਾਡੇ ਵਾਂਗੂ ਆਏ ਸੀ, ਉਹ ਵੀ ਬਸ ਇਸ ਤਰ੍ਹਾਂ ਨੋਟ ਕਰਕੇ ਲੈ ਗਿਆ। ਅਤੇ ਉਸ ਤੋਂ ਬਾਅਦ ਉਹਨਾਂ ਵੀ ਮੇਰਾ ਖਿਆਲ ਮੈਨੂੰ ਕਹਿੰਦੇ ਸੀ ਇਹਦਾ ਪੰਪਲੇਟ ਛਾਪਾਂਗੇ, ਉਹ ਕੋਈ ਮੇਰੇ ਕੋਲ ਛਾਪਿਆ ਕੋਈ ਉਹਨਾਂ ਨੇ, ਮੈਂ ਤਾਂ ਪੜ੍ਹਿਆ ਨਹੀਂ ਜੀ। ਉਹ ਤੁਸੀਂ ਤੁਹਾਡੇ ਤੋਂ ਸੁਣਿਆ ਪਈ, ਮੈਂ ਉਹ ਪੜ੍ਹਿਆ ਤਾਂ ਮੈਨੂੰ ਪਤਾ ਲੱਗਾ। ਅਤੇ ਮੈਨੂੰ ਉਹਦਾ ਪੰਪਲੇਟ ਨਹੀਂ ਪਤਾ ਉਹਦੇ 'ਚ ਉਹਨੇ ਕੀ ਛਾਪਿਆ ਜੀ। ਬਸ ਮੈਨੂੰ ਕਹਿ ਗਿਆ ਸੀ, ਮੇਰੇ ਕੋਲ ਉਹਨਾਂ ਮਨਜ਼ੂਰੀ ਲੈ ਗਿਆ ਸੀ,
ਉਹਦੀ ਲਿਖੀ ਜੀਵਨੀ ਮਾੜਾ ਮੋਟਾ ਲਿਖਣੇ ਜਾਣੀ ਜਿੰਨਾ ਕੁ ਸਾਨੂੰ ਉਸ ਤੋਂ ਬਾਅਦ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਔਰ ਬਹੁਤ ਜਿਗਰਾ, ਬਹੁਤ ਵੱਡਾ ਹੌਸਲਾ ਹੈ ਬਜ਼ੁਰਗਾਂ ਦਾ। ਸੋ ਇਹ ਕਹਾਣੀ ਸੀ ਕੁਲਦੀਪ ਸਿੰਘ ਦੀ, ਉਸ 18-19 ਸਾਲਾ ਨੌਜਵਾਨ ਦੀ, ਜਿਸ ਨੂੰ ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ, ਜਿਸ ਦੀ ਜਾਨ ਗਈ। ਔਰ ਬਜ਼ੁਰਗ ਪਿਤਾ ਨੇ ਬਹੁਤ ਸਾਲ ਦਰ ਦੀਆਂ ਠੋਕਰਾਂ ਖਾਧੀਆਂ ਤਾਂ ਜੋ ਮੇਰੇ ਪੁੱਤ ਨੂੰ ਇਨਸਾਫ ਮਿਲ ਸਕੇ, ਪਰ ਨਾ ਇਨਸਾਫ ਮਿਲਿਆ ਤਾਂ ਨਾ ਹੀ ਕੋਈ ਆਸ ਦੀ ਕਿਰਨ ਜਾਗੀ। ਕਹਿੰਦੇ ਮੈਨੂੰ ਆਪਣੇ ਪੁੱਤ ਤੋਂ ਬਹੁਤ ਆਸ ਸੀਗੀ। ਕਬੱਡੀ ਦਾ ਚੰਗਾ ਖਿਡਾਰੀ ਸੀ ਕੁਲਦੀਪ ਸਿੰਘ, ਭੰਗੜਾ ਵੀ ਪਾਉਂਦਾ ਸੀਗਾ, ਭੰਗੜੇ ਦਾ ਸ਼ੌਕੀਨ ਸੀ, ਪਰ ਕੰਮ ਦੇ ਵਿੱਚ ਸਭ ਤੋਂ ਲਾਇਕ ਪੁੱਤ ਸੀ ਕਹਿੰਦੇ ਮੇਰਾ। ਜਿਵੇਂ ਦੂਸਰੇ 2 ਪੁੱਤ ਮੇਰੇ, ਬਾਕੀ ਬੱਚੇ ਮੇਰੇ ਸਹਾਰਾ ਨੇ, ਤਾਂ ਮੈਨੂੰ ਇਹ ਵੀ ਆਸ ਸੀ ਕਿ ਕੁਲਦੀਪ ਸਿੰਘ ਇਹਨਾਂ ਸਾਰੇ ਬੱਚਿਆਂ ਨੂੰ ਵੱਧ ਕੇ ਮੇਰਾ ਕਰਦਾ। ਅੱਜ ਜਿਉਂਦਾ ਹੁੰਦਾ ਤਾਂ ਮੇਰੇ ਨਾਲ ਹੁੰਦਾ, ਮੇਰੇ ਬੁਢੇਪੇ ਦਾ ਸਹਾਰਾ ਬਣਦਾ। ਅੱਜ 75 ਤੋਂ 76 ਸਾਲ ਦੀ ਉਮਰ ਹੈ ਤੇ ਬਜ਼ੁਰਗ ਅੱਜ ਵੀ ਗ੍ਰੰਥੀ ਸਿੰਘ ਵਜੋਂ ਅਖੰਡ ਪਾਠ ਸਾਹਿਬ ਦੇ ਵਿੱਚ ਰੋਲ ਲਾਉਂਦੇ ਨੇ। 2-2 ਘੰਟੇ 4-4 ਘੰਟੇ ਬੈਠਦੇ ਨੇ। ਕਹਿੰਦੇ ਪੁਲਿਸ ਨੇ ਤਸ਼ੱਦਦ ਮੇਰੇ ਤੇ ਇੰਨੀ ਢਾਈ ਵੀ ਜਦੋਂ ਮੈਂ 6-6 ਘੰਟੇ ਦੀ ਰੋਲ ਲਾ ਦਿੰਦਾ ਸੀਗਾ, ਪਰ ਅੱਜ ਮੈਂ 2 ਘੰਟੇ ਬੜੀ ਮੁਸ਼ਕਲ ਦੇ ਨਾਲ ਕੱਟਦਾ। ਮੇਰੇ ਸਰੀਰ ਦੇ ਵਿੱਚ ਦਰਦਾਂ ਹੁੰਦੀਆਂ ਨੇ। ਉਹ ਪੁਲਿਸੀਆ ਤਸ਼ੱਦਦ ਮੈਨੂੰ ਅੱਜ ਵੀ ਨਹੀਂ ਭੁੱਲਦੀ। ਖੈਰ, ਇਸ ਪਿਤਾ ਨੂੰ ਆਪਣੇ ਪੁੱਤ ਦੀ ਗਈ ਜਾਨ ਦੇ ਬਾਅਦ ਵੀ ਅੱਜ ਵੀ ਇਨਸਾਫ ਦੀ ਉਡੀਕ ਹੈ, ਜੋ ਲਗਾਤਾਰ ਇਸੇ ਹੀ ਆਸ ਦੇ ਵਿੱਚ ਜ਼ਿੰਦਗੀ ਜਿਉ ਰਿਹਾ ਹੈ। ਲਗਾਤਾਰ ਕਾਗਜ਼ਾਂ, ਕੋਰਟ ਕਚਹਿਰੀਆਂ, ਵਕੀਲਾਂ ਦੇ ਨਾਲ ਮੱਥਾ ਮਾਰਦਾ ਵੀ ਸ਼ਾਇਦ ਮੇਰੇ ਪੁੱਤ ਨੂੰ ਇੱਕ ਦਿਨ ਇਨਸਾਫ ਜ਼ਰੂਰ ਮਿਲੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਪਿੰਡ ਉਸਮਾਨ ਸ਼ਹੀਦ, ਜ਼ਿਲ੍ਹਾ ਹੁਸ਼ਿਆਰਪੁਰ।